ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ। ਰਾਮਦਾਸ ਅਰਜੁਨ ਗੁਰੂ, ਬਰ ਸ੍ਰੀ ਹਰਗੋਬਿੰਦ। ਹਰਿ ਰਾਇ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਾਰਨਨ ਪਰ ਧਾਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੂਰਾ। ਸ੍ਰੀ ਮੁਕਤੀ ਜਬ ਇਮ ਕਹਿਓ, ਸੁਣਤ ਸਾਗਰ ਵਿਪਰ। ਬੋਲੇ ਇਕ ਮਤ ਹੋਏ ਕੇ, ਗੁਰ ਸਮੀਪ ਕੇ ਛਿਪਰ ਦੂਰਾ। ਸ੍ਰੀ ਮੁਕਤੀ ਜਬ ਇਮ ਕਹਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ। ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸੁਭਾਏਮਾਨ, ਪ੍ਰਤੱਖ ਸਤਿਗੁਰੂ ਜਾਗਤ ਜੋਤ। ਬਾਣੀ ਗੁਰੂ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬੈਠ ਕੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤਲਣ ਜਲੰਧਰ ਵਿਖੇ ਸੰਧਿਆ ਦੇ ਸਮੇਂ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਗੁਰੂ ਕਿਰਪਾ ਹੋਈ ਹੈ, ਗੁਰੂ ਕੀ ਬਾਣੀ ਦਾ ਕੀਰਤਨ ਹੋਇਆ, ਉਪਰੰਤ ਰਹਿਰਾਸ ਸਾਹਿਬ ਦੇ ਪਾਠ ਗੁਰੂ ਕੇ ਗ੍ਰੰਥੀ ਸਿੰਘਾਂ ਨੇ ਆਪ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਸਰਵਣ ਕਰਵਾਏ ਹਨ। ਸਤਿਗੁਰਾਂ ਦੇ ਪਵਿੱਤਰ ਅਸਥਾਨ ਤੇ ਮਹਾਂਪੁਰਖਾਂ ਦੇ ਸ਼ਹੀਦਾਂ ਦੇ ਇਸ ਅਸਥਾਨ ਦੇ ਉੱਤੇ ਜੋ ਲੜੀਵਾਰ ਕਥਾ ਇਤਿਹਾਸ ਦੀ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕ੍ਰਿਤ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਆਪਾਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸਰਵਣ ਕਰਦੇ ਆ ਰਹੇ ਹਾਂ। ਆਪ ਜੀ ਨੇ ਕੱਲ੍ਹ ਦੇ ਦੀਵਾਨ ਦੇ ਵਿੱਚ ਸੁਣਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਉਜੈਨਪੁਰੀ ਸਿੱਖ ਵਿਸ਼ੰਬਰ ਦਾਸ ਆਪਣੇ ਪੁੱਤਰ ਹਰਗੋਪਾਲ ਦਾ ਗੁਨਾਹ ਬਖਸ਼ਾ ਕੇ ਮੁੜ ਤੋਂ ਸਤਿਗੁਰ ਦਾ ਭਾਵਨਾ ਦਾ ਬਚਨ ਲੈ ਕੇ ਤੇ ਹੋਰ ਬੇਅੰਤ ਵਰ ਲੈ ਕੇ ਰੁਖਸਤ ਹੋਇਆ। ਆਪਣੇ ਉਜੈਨਪੁਰੀ ਵੱਲ ਨੂੰ ਉਸਨੇ ਚਾਲੇ ਪਾਏ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਜੋਤੀ ਜੋ ਦਿਹਾੜਾ ਸੱਚਖੰਡ ਗਮਨ ਦਿਵਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨਾ ਰਹੇ ਹੈ, ਅਤੇ ਜਿਹਨੂੰ ਇਸ ਗ੍ਰੰਥ ਦੇ ਵਿੱਚ ਸਰਾਧ ਦਾ ਨਾਮ ਵੀ ਦਿੱਤਾ ਗਿਆ ਹੈ। ਹਾਲਾਂਕਿ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ ਉਹ ਸੱਚਖੰਡ ਗਮਨ ਦਿਹਾੜਾ ਸਤਿਗੁਰੂ ਜੀ ਮਨਾ ਰਹੇ ਸਨ, ਪਰ ਕਿਉਂਕਿ
ਇਤਿਹਾਸ ਦੇ ਵਿੱਚ ਬਹੁਤ ਸਾਰਾ ਰਲਾ ਪੈਦਾ ਹੋਇਆ ਹੈ। ਸੋ ਜੋ ਮੂਲ ਜਿਹੜੀ ਸਾਖੀ ਹੈ ਸੋ ਉਸ ਦੇ ਵਿੱਚ ਕਈ ਕੁਝ ਰਲਾ ਕੇ ਤੇ ਕਈ ਅੱਗੇ ਕਵੀਆਂ ਨੇ ਲੇਖਕਾਂ ਨੇ ਭੁਲੇਖਾ ਪਾਉਣ ਦਾ ਯਤਨ ਕੀਤਾ ਹੈ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਉਸੇ 100 ਸਾਖੀ ਨੂੰ ਆਧਾਰ ਬਣਾ ਕੇ, ਜਨਮ ਸਾਖੀ ਨੂੰ ਆਧਾਰ ਬਣਾ ਕੇ ਇਹ ਸੋਹਣਾ ਗੁਰ ਇਤਿਹਾਸ ਬੜੇ ਵਿਸਥਾਰ ਸਹਿਤ ਲਿਖਿਆ ਹੈ, ਜਿਹਦੇ ਵਿੱਚ ਉਹਨਾਂ ਨੇ ਕਈ ਸਾਖੀਆਂ ਦਾ ਇਨ ਬਿਨ ਉਵੇਂ ਹੀ ਤਰਜਮਾ ਕਰ ਦਿੱਤਾ ਹੈ, ਉਲੱਥਾ ਕਰ ਦਿੱਤਾ ਹੈ। ਸੋ ਆਪਾਂ ਪਿਛਲੇ ਕਈ ਦਿਨਾਂ ਤੋਂ ਹੀ ਲਗਾਤਾਰ ਨਾਲ ਗੁਰਮਤਿ ਨਿਰਣੈ ਵੀ ਕਰਦੇ ਆ ਰਹੇ ਹਾਂ ਕਿ ਗੁਰਮਤਿ ਅਨੁਸਾਰ ਕੀ ਸਹੀ ਹੈ ਕੀ ਨਹੀਂ ਸਹੀ। ਜਿੱਥੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਲਿਖੀ ਆਉਂਦੀ ਹੈ ਤਾਂ ਉੱਥੇ ਆਪਾਂ ਉਹ ਗੁਰਮਤਿ ਸਿਧਾਂਤ ਨੂੰ ਵੇਖਦਿਆਂ ਹੋਇਆਂ ਵਾਚਦਿਆਂ ਹੋਇਆਂ ਫਿਰ ਥੋੜ੍ਹੀ ਜਿਹੀ ਇਹ ਸ਼ੁੱਧੀਕਰਨ ਕਰ ਲੈਂਦੇ ਹਾਂ, ਥੋੜ੍ਹਾ ਜਿਹਾ ਸਾਖੀ ਨੂੰ ਉਸ ਤਰੀਕੇ ਦੇ ਨਾਲ ਇਤਿਹਾਸ ਨੂੰ ਸਮਝ ਲੈਂਦੇ ਹਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਬਹੁਤ ਸਾਰੇ ਸਿਆਣੇ ਵਿਦਵਾਨ ਗੁਰਸਿੱਖਾਂ ਨੂੰ ਬੁਲਾਇਆ, ਬਹੁਤ ਸਾਰੇ ਪੰਡਿਤ ਦਿੱਜ ਧਰਮਾਗਿਆ ਵੀ ਉੱਥੇ ਇਕੱਤਰ ਹੋ ਗਏ ਜਿਹੜੇ ਧਰਮ ਦੇ ਗਿਆਤਾ ਸਨ। ਸੋ ਉਹ ਆਪਸ ਦੇ ਵਿੱਚ ਬੈਠੇ ਵਿਚਾਰ ਕਰ ਰਹੇ ਸਨ ਕਿ ਜਿਹੜਾ ਸ਼ਰਾਧਾਂ ਦਾ ਦਿੱਤਾ ਹੋਇਆ ਦਾਨ ਹੈ, ਆਪਣੇ ਪਿਤਰਾਂ ਨੂੰ ਖਵਾਇਆ ਹੋਇਆ ਭੋਜਨ ਹੈ ਉਹਨਾਂ ਦੇ ਨਿਮਿੱਤ, ਸੋ ਉਹਨਾਂ ਤੱਕ ਨਹੀਂ ਪਹੁੰਚਦਾ, ਕਿਉਂਕਿ ਜਿਸ ਪ੍ਰਕਾਰ ਦਾ ਬ੍ਰਾਹਮਣ ਪੰਡਿਤ ਹੋਣਾ ਚਾਹੀਦਾ, ਦਿੱਜ ਹੋਣਾ ਚਾਹੀਦਾ ਹੈ, ਸੋ ਉਹ ਅੱਜ ਕੱਲ੍ਹ ਦੁਨੀਆ ਦੇ ਵਿੱਚ ਨਹੀਂ ਹੈਗੇ। ਸੋ ਇਸ ਪ੍ਰਕਾਰ ਦੀ ਵਿਚਾਰ ਕਰਦੇ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਪੁੱਛ ਲਿਆ ਕਿ ਸ਼ਾਸਤਰਾਂ ਦੇ ਵਿੱਚ ਕਿਸ ਤਰ੍ਹਾਂ ਲਿਖਿਆ ਹੈ। ਸੋ ਤੁਸੀਂ ਆਪਸ ਵਿੱਚ ਇਹ ਵਿਚਾਰ ਕਰਕੇ ਤੇ ਜੋ ਬਿਲਕੁਲ ਸਹੀ ਵਿਧੀ ਹੈ, ਬਿਲਕੁਲ ਸਹੀ ਤਰੀਕਾ ਹੈ ਇਹਨਾਂ ਸ਼ਰਾਧਾਂ ਦਾ, ਉਹਦੇ ਬਾਰੇ ਸੰਗਤਾਂ ਨੂੰ ਚਾਨਣਾ ਪਾਓ, ਸਾਨੂੰ ਦੱਸੋ ਕਿ ਅਸਲ ਵਿਧੀ ਕੀ ਹੁੰਦੀ ਹੈ। ਹਾਲਾਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਸਭ ਕੁਝ ਜਾਣ ਹੀ ਜਾਣ ਹੈ, ਪਰ ਫਿਰ ਵੀ ਉਹਨਾਂ ਦੇ ਮੁੱਖੋਂ ਸਤਿਗੁਰੂ ਜੀ ਕਹਾ ਰਹੇ ਆ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਬਚਨ ਕੀਤੇ ਕਿ ਨਿਰਣਾ ਕਰਕੇ ਸਾਨੂੰ ਦੱਸੋ ਤੁਸੀਂ ਆਪਸੀ ਵਿਚਾਰ ਵਟਾਂਦਰਾ ਕਰਕੇ ਕਿ ਅਸਲ ਸਰਾਧ ਦੀ ਮਰਿਆਦਾ ਕੀ ਹੁੰਦੀ ਹੈ, ਤਾਂ ਉਸ ਵੇਲੇ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਨ ਤੋਂ ਉਪਰੰਤ ਜੋ ਇਹਨਾਂ ਪੰਡਤਾਂ ਦਾ ਰਿਐਕਸ਼ਨ ਹੈ, ਜੋ ਇਹ ਬ੍ਰਾਹਮਣ ਸਾਰੇ ਆਪਸ ਦੇ ਵਿੱਚ ਵਿਚਾਰ ਚਰਚਾ ਕਰਦੇ ਆ ਜਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਕੀ ਬਿਨੈ ਕਰਦੇ ਆ, ਬੇਨਤੀ ਕਰਦੇ ਆ, ਆਓ ਪਿਆਰ ਦੇ ਨਾਲ ਅੱਗੇ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਮੁਖ ਤੇ ਜਬ ਇਮ ਕਹਿਓ ਸੁਣ ਸਾਕਰ ਵਿਪਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਇਹ ਬਚਨ ਕੀਤੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਣ ਲੱਗੇ, ਬ੍ਰਾਹਮਣੋ, ਹੇ ਵਿਦਵਾਨ ਜਨੋ, ਤੁਸੀਂ ਆਪਸ ਵਿੱਚ ਜਿਹੜੀ ਇਹ ਗੱਲਬਾਤ ਕਰ ਰਹੇ ਸੀ, ਵਿਚਾਰ ਚਰਚਾ ਕਰ ਰਹੇ ਸੀ ਕਿ ਸ਼ਰਾਧ ਇਸ ਪ੍ਰਕਾਰ ਹੋਣਾ ਚਾਹੀਦਾ, ਇਸ ਪ੍ਰਕਾਰ ਨਹੀਂ ਹੋਣਾ ਚਾਹੀਦਾ, ਤੇ ਅਸਲ ਵਿਧੀ ਇਹਦੀ ਸ਼ਾਸਤਰਾਂ ਦੇ ਵਿੱਚ ਕੀ ਲਿਖੀ ਹੈ ਉਹਦੇ ਬਾਰੇ ਸਾਨੂੰ ਦੱਸੋ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਇਹਨਾਂ ਨੇ ਇਸ ਪ੍ਰਕਾਰ ਦੇ ਵਚਨ ਸਰਵਣ ਕੀਤੇ ਤਾਂ ਇਹ ਜਿਹੜੇ ਸਾਰੇ ਬ੍ਰਾਹਮਣ ਸਨ, ਸ਼ਾਸਤਰਾਂ ਨੂੰ ਸੁਣਨ ਵਾਲੇ, ਸੋ ਇਹ ਸ਼ਾਸਤਰੀ ਬ੍ਰਾਹਮਣ, ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਸੋ ਇਸ ਪ੍ਰਕਾਰ ਇਹ ਸਾਰਿਆਂ ਨੇ ਸੁਣ ਕੇ ਸਤਿਗੁਰੂ ਜੀ ਨੂੰ ਆਖਿਆ, ਬੋਲੇ ਇਕ ਮਤ ਹੋਏ ਕੇ ਗੁਰ ਸਮੀਪ ਤੇ ਛਿਪਰ। ਉਸ ਵੇਲੇ ਛਿਪਰ ਸ਼ੀਘਰ ਹੀ, ਜਲਦੀ ਹੀ, ਬੜੀ ਜਲਦੀ ਦੇ ਨਾਲ ਸਤਿਗੁਰੂ ਜੀ ਦੇ ਨੇੜੇ ਹੋ ਕੇ ਇਹ ਇਕਮਤ ਹੋ ਕੇ ਇਹਨਾਂ ਨੇ ਆਖਿਆ, ਚੌਪਾਏ ਵਿਪਰ ਨਿਮੰਤਰਣ ਨਿਸ ਕੋ ਕਰੇ। ਕਹਿੰਦੇ ਜਦੋਂ ਸ਼ਰਾਧ ਕਰਨੇ ਹੋਣ ਤੇ ਸ਼ਰਾਧ ਛਕਾਉਣ ਦੇ ਲਈ, ਭੋਜਨ ਛਕਾਉਣ ਦੇ ਲਈ ਜਿਹੜੇ ਵਿਪਰ ਨੂੰ, ਜਿਹੜੇ ਪੰਡਤ ਨੂੰ ਬੁਲਾਉਣਾ ਹੈ, ਕਹਿੰਦੇ ਉਹਨੂੰ ਇੱਕ ਰਾਤ ਪਹਿਲਾਂ, ਰਾਤਰੀ ਦੇ ਸਮੇਂ ਉਹਨੂੰ ਸੱਦਾ ਪੱਤਰ ਭੇਜੇ, ਉਹਨੂੰ ਆਮੰਤਰਣ ਦੇਵੇ, ਉਹਨੂੰ ਨਿਉਂਦਾ ਦੇਵੇ। ਸ਼ਰਾਧ ਵਿਧੀ ਦੁਪਹਿਰੇ ਢਰੇ। ਹਾਂ, ਦੁਪਹਿਰ ਢਲੀ ਤੋਂ ਬਾਅਦ ਸ਼ਾਮ ਹੋਈ ਨੂੰ ਕਹਿੰਦੇ ਫਿਰ ਇਹ ਸ਼ਰਾਧ ਦੀ ਵਿਧੀ ਪੂਰਵਕ ਸਾਰੀ ਤਿਆਰੀ ਕਰੇ। ਉਚਿਤ ਵਿਪਰ ਕੋ ਨਿਜ ਘਰ ਆਨੈ। ਤੇ ਉਚਿਤ ਹੋਵੇ, ਜਿਹੜਾ ਯੋਗ ਹੋਵੇ ਨਾ ਵਿਪਰ, ਉਹਨੂੰ ਆਪਣੇ ਘਰ ਦੇ ਵਿੱਚ ਬੁਲਾਵੇ। ਐਵੇਂ ਨਾ ਜਣੇ ਖਣੇ ਨੂੰ ਬੁਲਾ ਲਵੇ, ਜਿਹੜਾ ਵਾਕਈ ਉਚਿਤ ਹੈ, ਸ਼ਰਾਧ ਖਾਣ ਦੇ ਯੋਗ ਹੈ, ਉਸ ਨੂੰ ਆਪਣੇ ਘਰ ਵਿੱਚ ਸੱਦਾ ਦੇਵੇ। ਜੋ ਪ੍ਰਤ
ਗ੍ਰਾਹੀ ਲੈਣਾ ਕੁਦਾਨੈ। ਹਾਂ, ਜਿਹੜਾ ਕੋਈ ਕੁਦਾਨ ਨਹੀਂ ਲੈਂਦਾ, ਭੈੜਾ ਦਾਨ ਨਹੀਂ ਲੈਂਦਾ ਤੇ ਵਿਧੀ ਪੂਰਵਕ ਦਾਨ ਲੈਂਦਾ ਹੈ, ਐਸੇ ਬ੍ਰਾਹਮਣ ਨੂੰ ਸੱਦਣਾ ਚਾਹੀਏ। ਮੂਰਤ ਛਾਇਆ ਦਾਨ ਨਾ ਲਏ। ਫਿਰ ਕਹਿੰਦੇ ਉਹ ਮੂਰਤੀ ਛਾਇਆ ਵਾਲਾ ਦਾਨ ਨਾ ਲਵੇ। ਜਿਵੇਂ ਉਹ ਤੇਲ ਦਾ ਭਰ ਕੇ ਨਾ ਬਰਤਨ ਤੇ ਉਹਦੇ ਵਿੱਚ ਆਪਣਾ ਮੁਖ ਦੇਖਦਾ ਦਾਨ ਕਰਨ ਵਾਲਾ ਤੇ ਆਪਣੀ ਛਾਇਆ ਉਹਦੇ ਵਿੱਚ ਦੇਖ ਕੇ ਉਸ ਤੋਂ ਬਾਅਦ ਬ੍ਰਾਹਮਣ ਨੂੰ ਦਾਨ ਕਰ ਦਿੰਦਾ ਹੈ ਤੇ ਕਿ ਮੇਰੇ ਗ੍ਰਹਿ ਕਲੇਸ਼ ਇਤਿਆਦਿਕ ਜਿਹੜਾ ਮੇਰੇ ਤੇ ਕਸ਼ਟ ਹੈ ਉਹ ਟਲ ਜਾਵੇ। ਸੋ ਕਹਿੰਦੇ ਇਸ ਪ੍ਰਕਾਰ ਦਾ ਜਿਹੜਾ ਮੂਰਤ ਛਾਇਆ ਵਾਲਾ ਦਾਨ ਲੈਣ ਵਾਲਾ ਨਾ ਹੋਵੇ, ਜਿਹਨੂੰ ਸ਼ਰਾਧ ਛਕਾਉਣਾ ਹੈ। ਅੰਗਹੀਨ ਕੁਲਹੀਨ ਨਾਜੇ। ਹਾਂ, ਤੇ ਕਹਿੰਦੇ ਉਹ ਅੰਗਹੀਣ ਵੀ ਨਾ ਹੋਵੇ, ਉਹਦਾ ਅੰਗ ਭੰਗ ਨਾ ਹੋਵੇ, ਸਰੀਰ ਉਹਦਾ ਬਿਲਕੁਲ ਤੰਦਰੁਸਤ ਸਾਬਤਾ ਸਬੂਤਾ ਹੋਵੇ, ਕੋਈ ਲੂਲਾ ਲੰਗੜਾ ਨਾ ਹੋਵੇ। ਸੋ ਉਹਦੇ ਸਰੀਰ ਦੇ ਵਿੱਚ ਕਿਸੇ ਪ੍ਰਕਾਰ ਦੀ ਹੋਰ ਇਸ ਪ੍ਰਕਾਰ ਕਰਕੇ ਕਹਿੰਦੇ ਘਾਟ ਨਾ ਹੋਵੇ ਤੇ ਕੁਲਹੀਨ ਨਾ ਹੋਵੇ, ਉਹ ਮਾੜੇ ਖਾਨਦਾਨ ਦਾ ਨਾ ਹੋਵੇ। ਮਹਾਦਾਨ ਕੋ ਹੋਏ ਨਾ ਗ੍ਰਾਹੀ। ਤੇ ਮਹਾਦਾਨ ਨੂੰ ਗ੍ਰਹਿਣ ਕਰਨ ਵਾਲਾ ਨਾ ਹੋਵੇ, ਭਾਵ ਬਹੁਤਾ ਵੱਡਾ ਦਾਨ ਲੈਣ ਵਾਲਾ ਨਾ ਹੋਵੇ। ਜਿਵੇਂ ਵੱਡੇ ਦਾਨ ਗਿਣੇ ਗਏ ਆ 5-7 ਵਸਤੂਆਂ ਦੇ, ਕੋਈ ਰਥ ਦਾ ਦਾਨ ਹੁੰਦਾ ਹੈ, ਹਾਥੀ ਦਾ ਦਾਨ ਹੁੰਦਾ ਹੈ, ਇਸੇ ਪ੍ਰਕਾਰ ਕੰਨਿਆ ਦਾਨ ਹੁੰਦਾ, ਕੰਨਿਆ ਦੇ ਬਰਾਬਰ ਪੈਸੇ ਤੋਲ ਕੇ ਤੇ ਉਹ ਦੇ ਦੇਣੇ। ਤੇ ਇਸੇ ਪ੍ਰਕਾਰ ਹੀ ਜਿਵੇਂ ਘੋੜੇ ਆਦਿਕ ਦਾ ਦਾਨ, ਇਹ ਵੱਡੇ ਦਾਨ ਗਿਣੇ ਗਏ ਆ, ਸੋਨੇ ਦਾ ਦਾਨ। ਸੋ ਕਹਿੰਦੇ ਇਸ ਪ੍ਰਕਾਰ ਦਾ ਵੱਡੇ ਦਾਨ ਦੇ ਗ੍ਰਹਿਣ ਕਰਨ ਵਾਲਾ ਨਾ ਹੋਵੇ। ਤੁਲਾ ਦਾਨ ਪਤਰੇ ਨ ਚਾਹੀ। ਹਾਂ, ਤੇ ਕਹਿੰਦੇ ਤੁਲਾ ਦਾਨ ਪਰ ਤ੍ਰਿਆ ਨਹਿ ਚਾਹੀ। ਤੁਲਾ ਦਾਨ ਤੋਲ ਕੇ ਦਾਨ ਜਿਹੜਾ ਦਿੱਤਾ ਜਾਂਦਾ ਉਹਨੂੰ ਕਹਿੰਦੇ ਆ ਤੁਲਾ ਦਾਨ। ਜਿਵੇਂ ਕਹਿੰਦੇ ਕਈ ਲੋਕ ਹੈਗੇ ਨੇ, ਉਹ ਕਹਿੰਦੇ ਨੇ ਵੀ ਜੋ ਮੇਰੀ ਘਰ ਵਾਲੀ ਇਸ ਜਨਮ ਵਿੱਚ ਹੈ, ਅਗਲੇ ਜਨਮ ਦੇ ਵਿੱਚ ਵੀ ਉਹੀ ਭਾਗਵੰਤੀ ਦੇ ਨਾਲ ਮੇਰਾ ਜਿਹੜਾ ਪਰਿਵਾਰ ਵਸੇ। ਤੇ ਇਸ ਕਰਕੇ ਉਹ ਕੀ ਕਰਦੇ ਆ, ਬ੍ਰਾਹਮਣਾ ਪੰਡਤਾਂ ਦੇ ਕੋਲ ਜਾਂਦੇ ਆ ਤੇ ਪੁੱਛਦੇ ਆ ਜੀ ਇਹਦਾ ਕੀ ਉਪਾਅ ਹੋ ਸਕਦਾ, ਅਗਲੇ ਜਨਮ ਸਾਡਾ ਕਿਵੇਂ ਸੰਯੋਗ ਮਿਲ ਸਕਦਾ ਹੈ, ਅਗਲੇ ਜਨਮ ਵਿੱਚ ਵੀ ਇਹ ਮੇਰੀ ਘਰ ਵਾਲੀ ਹੋਵੇ। ਤਾਂ ਉਹ ਕਹਿੰਦੇ ਨੇ ਕਿ ਇਹਦੇ ਬਰਾਬਰ ਜਿੰਨਾ ਇਹਦਾ ਵਜ਼ਨ ਹੈ ਉਹਦੇ ਤੋਲ ਦੇ ਰੁਪਈਏ ਸਾਨੂੰ ਦੇ ਦੇ ਤੇ ਅਗਲੇ ਜਨਮ ਦੇ ਵਿੱਚ ਇਹੀ ਤੇਰੀ ਘਰ ਵਾਲੀ ਤੈਨੂੰ ਮਿਲ ਜਾਵੇਗੀ। ਸੋ ਇਸ ਪ੍ਰਕਾਰ ਉਹ ਤੋਲ ਕੇ ਦਾਨ ਜਿਹੜਾ ਲੈਂਦੇ ਆ। ਤੇ ਕਹਿੰਦੇ ਉਹ ਤੁਲਾ ਦਾਨ ਲੈਣ ਵਾਲਾ ਵੀ ਨਾ ਹੋਵੇ, ਪਰ ਤ੍ਰਿਆ ਨਹਿ ਚਾਹੀ, ਤੇ ਪਰਤਨਗਾਮੀ ਵੀ ਨਾ ਹੋਵੇ। ਪਾਤਕ ਸੂਤਕ ਤੁਲਾ ਨਾ ਦਾਨ। ਇਸੇ ਪ੍ਰਕਾਰ ਕਹਿੰਦੇ ਪਾਤਕ ਤੇ ਸੂਤਕ ਦਾ ਦਾਨ ਲੈਣ ਵਾਲਾ ਨਾ ਹੋਵੇ, ਇਹ ਤੁਲਾ ਵਾਲਾ ਦਾਨ ਨਾ ਲੈਣ ਵਾਲਾ ਹੋਵੇ। ਪਾਤਕ ਕਹਿੰਦੇ ਆ ਜਿਸ ਘਰ ਦੇ ਵਿੱਚ ਕੋਈ ਬਜ਼ੁਰਗ ਕੋਈ ਚੜ੍ਹਾਈ ਕਰ ਜਾਵੇ, ਮੌਤ ਹੋ ਜਾਵੇ, ਤੇ ਉਸ ਘਰ ਨੂੰ ਇਹ ਸਨਾਤਨੀਏ ਮੰਨਦੇ ਆ ਕਿ ਉਹ ਘਰ ਪਿੱਟਿਆ ਗਿਆ, ਅਪਵਿੱਤਰ ਹੋ ਗਿਆ, ਉਹਨੂੰ ਕਹਿੰਦੇ ਆ ਪਾਤਕ। ਦੋ ਚੀਜ਼ਾਂ ਹੁੰਦੀਆਂ, ਇੱਕ ਸੂਤਕ ਤੇ ਇੱਕ ਪਾਤਕ। ਸੂਤਕ ਕਹਿੰਦੇ ਆ ਜਿਸ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ ਹੋਵੇ, ਚਾਹੇ ਉਹ ਇਨਸਾਨੀ ਬੱਚੇ ਨੇ ਲਿਆ ਹੋਵੇ, ਚਾਹੇ ਕਿਸੇ ਪਸ਼ੂ ਨੇ ਹੀ, ਪਸ਼ੂ ਦਾ ਹੀ ਸੂਆ ਪਿਆ ਹੋਵੇ, ਉਹਨੇ ਬੱਚੇ ਨੂੰ, ਕੱਟੇ ਬੱਚੇ ਨੂੰ ਜਨਮ ਦਿੱਤਾ ਹੋਵੇ, ਤੇ ਕਹਿੰਦੇ ਉਸ ਘਰ ਦੇ ਵਿੱਚ ਭਿੱਟ ਆ ਜਾਂਦੀ ਹੈ, ਉਹ ਛੂਆ ਛੂਤ ਜਾਂ ਸੂਤਕ ਹੋ ਜਾਂਦਾ ਉਸ ਘਰ ਦੇ ਵਿੱਚ। ਤੇ ਕਹਿੰਦੇ ਇਸ ਪ੍ਰਕਾਰ ਉਹ ਸੂਤਕ ਪਾਤਕ ਨੂੰ ਦੂਰ ਕਰਨ ਵਾਲਾ, ਦਾਨ ਲੈਣ ਵਾਲਾ ਵੀ ਉਹ ਬ੍ਰਾਹਮਣ ਨਾ ਹੋਵੇ। ਯਾਗੇ ਜੁਗਤੀ ਭੋਗੀ ਆਨ। ਹਾਂਜੀ, ਸੂਤਕ ਤੇ ਪਾਤਕ ਬਾਰੇ ਗੁਰਬਾਣੀ ਦੇ ਵਿੱਚ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜਾ ਸਪਸ਼ਟ ਆਸਾ ਦੀ ਵਾਰ ਦੇ ਵਿੱਚ ਇਹ ਬਚਨ ਕੀਤੇ ਨੇ ਕਿ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੈ ਅਤੈ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆ ਬਾਝ ਨਾ ਕੋਏ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਕਹਿੰਦੇ ਜਿੰਨੇ ਅੰਨ ਦੇ ਦਾਣੇ ਹੈ ਉਹਨਾਂ ਤਾਂ ਸਾਰਿਆਂ ਦੇ ਵਿੱਚ ਹੀ ਜੀਵ ਹੁੰਦੇ ਆ, ਕੋਈ ਜਨਮ ਲੈਂਦੇ ਆ, ਕੋਈ ਮਰ ਜਾਂਦਾ ਹੈ। ਤੇ ਇਸੇ ਪ੍ਰਕਾਰ ਕਹਿੰਦੇ ਗੋਹਾ ਤੇ ਲੱਕੜੀ ਇਹ ਆਪਾਂ ਘਰਾਂ ਵਿੱਚ ਬਾਲਣ ਬਾਲਦੇ ਆ, ਤੇ ਕਹਿੰਦੇ ਇਹਨਾਂ ਦੇ ਵਿੱਚ ਵੀ ਜੀਵ ਕਦੇ ਜਨਮ ਲੈਂਦੇ ਆ ਤੇ ਕਦੇ ਮਰਦੇ ਆ। ਤੇ ਉਹ ਤਾਂ ਜਿਹੜਾ ਸੂਤਕ ਆ ਉਹ ਤਾਂ ਤੁਹਾਡੀ ਰਸੋਈ ਦੇ ਵਿੱਚ ਬੈਠਾ, ਤੁਸੀਂ ਕਿੱਥੋਂ ਕਿੱਥੋਂ ਸੂਤਕ ਨੂੰ ਛੂਆ ਛੂਤੀ ਜੇ ਭਿੱਟ ਨੂੰ ਮੰਨਦੇ ਆ ਤੇ ਕਿੱਥੋਂ ਕਿੱਥੋਂ ਦੂਰ ਕਰੋਗੇ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਸੂਤਕ ਪਾਤਕ ਦੇ ਵਹਿਮਾਂ ਭਰਮਾਂ ਤੋਂ ਗੁਰੂ ਕੇ ਸਿੱਖਾਂ ਨੂੰ ਇਹ ਦੂਰ ਕੀਤਾ ਹੈ। ਗੁਰੂ ਕੇ ਸਿੱਖ ਨੇ ਨਹੀਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਪੈਣਾ। ਸੋ ਇੱਥੇ ਗੱਲ ਸਿਰਫ ਉਹਨਾਂ ਬ੍ਰਾਹਮਣਾਂ ਦੀ ਹੋ ਰਹੀ ਹੈ ਕਿ ਜਿਹੜੇ ਉਹ ਸੂਤਕ ਪਾਤਕ ਇੱਥੇ ਆਦਿਕ ਨੂੰ ਜਿਹੜੇ ਮੰਨਦੇ ਆ,
ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਗੁਰਬਾਣੀ ਵਿੱਚ ਆਖਿਆ ਕਿ ਇਸ ਤਰ੍ਹਾਂ ਦਾ ਸੂਤਕ ਪਾਤਕ ਨਹੀਂ। ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀ ਸੂਤਕ ਦੇਖਣਾ, ਪਰ ਤ੍ਰਿਆ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ, ਲਾਏ ਤਬਾਰੀ ਖਾਹੇ। ਸੋ ਕਹਿੰਦੇ ਇਸ ਪ੍ਰਕਾਰ ਦਾ ਜਿਹੜਾ ਸੂਤਕ ਆ ਭਾਈ, ਕੰਨਾਂ ਦੇ ਨਾਲ ਨਿੰਦਿਆ ਚੁਗਲੀ ਸੁਣਨੀ, ਅੱਖਾਂ ਦੇ ਨਾਲ ਬੁਰਾ ਤੱਕਣਾ, ਸੋ ਮਨ ਦੇ ਵਿੱਚ ਕੋਈ ਲੋਭ ਲਾਲਚ ਕਰਨਾ, ਇਸ ਤਰ੍ਹਾਂ ਦੇ ਸੂਤਕ ਮਨ ਦੇ ਵਿੱਚ ਜਿਹੜਾ ਮਨ ਤੇਰਾ ਪਿੱਟਿਆ ਜਾ ਰਿਹਾ ਇਹਨਾਂ ਮਾੜੇ ਕਰਮਾਂ ਦੇ ਨਾਲ, ਕਹਿੰਦੇ ਉਹਦਾ ਉਪਾਅ ਨਹੀਂ ਕਰਦਾ। ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਹੇ, ਹੰਸਾਂ ਵਰਗਾ ਆਦਮੀ ਹੈ ਜਿਹੜਾ ਇਹ ਬੰਨਿਆ ਹੋਇਆ ਜਮਾਂ ਦੀ ਪੁਰੀ ਨੂੰ ਤੁਰਿਆ ਜਾ ਰਿਹਾ। ਪਰ ਕਿਹੜੇ ਸੂਤਕਾਂ ਪਾਤਕਾਂ ਦੇ ਭਰਮਾਂ ਦੇ ਵਿੱਚ ਤੂੰ ਪਿਆ ਹੈ, ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਪਸ਼ਟ ਕੀਤਾ ਆਸਾ ਦੀ ਵਾਰ ਦੇ ਵਿੱਚ। ਸੋ ਗੁਰੂ ਕੇ ਸਿੱਖ ਨੇ ਕਿਸੇ ਪ੍ਰਕਾਰ ਦੇ ਸੂਤਕ ਪਾਤਕ ਨੂੰ ਨਹੀਂ ਮੰਨਣਾ। ਪਰ ਇੱਥੇ ਪ੍ਰਸੰਗ ਦੇ ਮੁਤਾਬਕ ਕਹਿੰਦੇ ਜਿਹੜਾ ਸੂਤਕ ਪਾਤਕ ਦਾ ਦਾਨ ਨਾ ਲੈਂਦਾ ਹੋਏ ਬ੍ਰਾਹਮਣ, ਉਹਨੂੰ ਜਿਹੜਾ ਸ਼ਰਾਧ ਖਵਾਉਣਾ ਚਾਹੀਦਾ। ਔਰ ਤਿਆਗੈ ਜੁਵਤੀ ਭੋਗੀ ਆਨ। ਤੇ ਕਹਿੰਦੇ ਜਿਹੜਾ ਕੋਈ ਪਰਾਈਆਂ ਇਸਤਰੀਆਂ ਦਾ ਸੰਗ ਆਦਿਕ ਮਾੜੇ ਕੁਕਰਮ ਨਾ ਕਰਦਾ ਹੋਵੇ, ਚੋਰ ਨਾ ਛਲਿਆ ਦੂਤ ਨਾ ਹੋਏ। ਹਾਂ, ਉਹ ਚੋਰੀ ਨਾ ਕਰਦਾ ਹੋਵੇ, ਛਲਿਆ ਧੋਖੇਬਾਜ਼ ਨਾ ਹੋਵੇ, ਕਿਸੇ ਤੋਂ ਕੁਝ ਛਲ ਦੇ ਨਾਲ ਕਪਟ ਦੇ ਨਾਲ ਖੋਹਣ ਵਾਲਾ ਨਾ ਹੋਵੇ, ਤੇ ਦੂਤ ਨਾ ਹੋਏ। ਉਹ ਰਾਜੇ ਦਾ ਸੂਈਆ ਵੀ ਨਾ ਹੋਵੇ, CID ਵਾਲਾ ਦੂਤ ਵੀ ਨਾ ਹੋਵੇ। ਛਤਰੀ ਕਰਮ ਨਾ ਧਾਰੇ ਜੋਏ। ਹਾਂ, ਕਹਿੰਦੇ ਉਹ ਬ੍ਰਾਹਮਣ ਜਿਹਨੂੰ ਸ਼ਰਾਧ ਛਕਾਉਣਾ ਹੈ, ਉਹ ਕਹਿੰਦੇ ਛਤਰੀ ਕਰਮ ਨਾ ਉਹਨੇ ਧਾਰਨ ਕੀਤਾ ਹੋਵੇ, ਭਾਵ ਹਥਿਆਰਬੰਦ ਨਾ ਹੋਵੇ, ਕੋਈ ਛੁਰਾ, ਕੋਈ ਕਿਰਪਾਨ ਇਤਿਆਦਿਕ ਹਥਿਆਰ ਉਹਦੇ ਕੋਲ ਨਾ ਹੋਵੇ। ਕਹਿੰਦੇ ਉਸ ਨੂੰ ਛਕਾਉਣਾ ਚਾਹੀਏ। ਤਕੜੀ ਧਰੈ ਨਾ ਕੁਦਰਬ ਭੋਗੀ। ਫਿਰ ਕਹਿੰਦੇ ਉਹ ਤੱਕੜੀ ਤੋਲਣ ਵਾਲਾ ਹਟਵਾਣੀਆਂ ਨਾ ਹੋਵੇ, ਦੁਕਾਨ ਨਾ ਕਰਦਾ ਹੋਵੇ। ਤੇ ਕੁਦਰਬ ਭੋਗੀ ਜਿਹੜਾ ਭੈੜਾ ਦਰਬ ਹੈ, ਭਾਵ ਸ਼ਰਾਬ ਇਤਿਆਦਿਕ ਕਿਸੇ ਪ੍ਰਕਾਰ ਦਾ ਨਸ਼ਾ ਨਾ ਵਰਤਦਾ ਹੋਵੇ। ਦਾਨ ਕੋ ਲੈ ਨਾ ਰੋਗੀ। ਹਾਂ, ਤੇ ਕਹਿੰਦੇ ਸੂਰਜ ਗ੍ਰਹਿਣ ਜਾਂ ਚੰਦਰਮਾ ਗ੍ਰਹਿਣ ਦੇ ਸਮੇਂ ਤੇ ਕਿਸੇ ਰੋਗੀ ਤੋਂ ਦਾਨ ਨਾ ਲਵੇ, ਇਹ ਕਹਿ ਕੇ ਕਿ ਤੇਰਾ ਰੋਗ ਦੂਰ ਹੋ ਜਾਏਗਾ, ਤੇਰੇ ਤੋਂ ਗ੍ਰਹਿ ਨਛੱਤਰ ਟਲ ਜਾਣਗੇ। ਇਸ ਪ੍ਰਕਾਰ ਦਾ ਗ੍ਰਹਿਣ ਦਾਨ ਲੈਣ ਵਾਲਾ ਵੀ ਨਾ ਹੋਵੇ। ਅੱਜ ਗੱਜ ਤੁਰੰਗ ਦਾਨ ਲੈਣਾ ਨੀ। ਹਾਂ, ਅੱਜ ਨਾਮ ਹੈ ਬੱਕਰੀ ਦਾ, ਕਹਿੰਦੇ ਬੱਕਰੇ ਦਾ ਦਾਨ ਵੀ ਨਾ ਲੈਂਦਾ ਹੋਵੇ। ਹਾਥੀ ਦਾਨ, ਤੁਰੰਗ ਦਾਨ, ਘੋੜੇ ਦਾ ਦਾਨ ਲੈਣ ਵਾਲਾ ਵੀ ਨਾ ਹੋਵੇ। ਅੰਤ ਅਵਸਥਾ ਦਾਨ ਨਾ ਚਾਹੀ। ਤੇ ਕਿਸੇ ਨੇ ਅੰਤਮ ਅਵਸਥਾ ਦੇ ਉੱਤੇ ਆਪਣੇ ਮਰਨ ਦੇ ਵੇਲੇ ਕਿਸੇ ਨੇ ਦਾਨ ਕੀਤਾ ਹੋਵੇ, ਕਹਿੰਦੇ ਐਸੇ ਦਾਨ ਦਾ ਚਾਹਵਾਨ ਵੀ ਨਾ ਹੋਵੇ। ਨਾ ਵੈਦ ਨਾ ਸ਼ਾਸਤਰ ਧਾਰੀ। ਹਾਂ, ਉਹ ਗਣਕ ਜੋਤਸ਼ੀ ਵੀ ਨਾ ਹੋਵੇ, ਤੇ ਵੈਦ ਵੀ ਨਾ ਹੋਵੇ, ਤੇ ਸ਼ਸਤਰ ਧਾਰੀ ਵੀ ਨਾ ਹੋਵੇ, ਕੋਈ ਹਥਿਆਰ ਵੀ ਨਾ ਰੱਖਦਾ ਹੋਵੇ। ਸੁਚ ਬਿਹੀਨ ਰਹਿ ਜਨ ਉਤਾਰੀ। ਤੇ ਉਹ ਪਵਿੱਤਰਤਾ ਰੱਖਦਾ ਹੋਵੇ, ਨਹਾਤਾ ਧੋਤਾ ਬਿਲਕੁਲ ਸਾਫ ਸੁਥਰਾ ਹੋਵੇ, ਸੁੱਚ ਤੋਂ ਬਿਨਾ ਨਾ ਹੋਵੇ, ਐਵੇਂ ਮੈਲਾ ਕੁਚਾਲਾ ਜਾ ਨਾ ਹੋਵੇ। ਤੇ ਰਹਿ ਜੰਜੂ ਉਤਾਰੀ, ਕਹਿੰਦੇ ਉਹਨੇ ਜੰਜੂ ਨਾ ਲਾ ਦਿੱਤਾ ਹੋਵੇ ਪਹਿਨ ਕੇ, ਜੰਜੂ ਦਾ ਧਾਰ ਨਹੀਂ ਹੋਵੇ। ਸਕਲ ਅੰਨ ਭੁਗਤਾ ਤੇ ਹੀਨਾ। ਹਾਂ, ਕਹਿੰਦੇ ਹਰ ਇੱਕ ਦੇ ਘਰ ਦੇ ਵਿੱਚੋਂ ਉਹ ਅੰਨ ਨਾ ਭੁਗਤਦਾ ਹੋਵੇ, ਹਰ ਇੱਕ ਦੇ ਘਰ ਵਿੱਚੋਂ ਪ੍ਰਸ਼ਾਦਾ ਛਕਣ ਵਾਲਾ ਨਾ ਹੋਵੇ। ਕਰਮ ਭ੍ਰਿਸ਼ਟ ਬ੍ਰਹਮ ਗਿਆਨ ਨਾ ਚੀਨਾ। ਉਹ ਭ੍ਰਿਸ਼ਟ ਕਰਮਾਂ ਵਾਲਾ ਨਾ ਹੋਵੇ, ਚੰਗੇ ਸ਼ੁਭ ਕਰਮ ਕਰਨ ਵਾਲਾ ਬ੍ਰਾਹਮਣ ਹੋਵੇ ਜਿਹਨੂੰ ਸ਼ਰਾਧ ਖਵਾਉਣਾ ਹੈ। ਉਹਦੇ ਕਰਮ ਭ੍ਰਿਸ਼ਟ ਨਾ ਹੋਣ, ਭਾਵ ਜੋ ਵੇਦਾਂ ਸ਼ਾਸਤਰਾਂ ਦੇ ਮੁਤਾਬਕ ਕਰਮ ਕਿਰਿਆ ਕਰਮ ਕਾਂਡ ਕਰਨ ਨੂੰ ਕਿਹਾ ਗਿਆ ਉਹ ਕਰਦਾ ਹੋਵੇ, ਵੇਦ ਤੋਂ ਉਲਟ ਕਰਮ ਕਰਨ ਵਾਲ ਨਾਲ ਨਾ ਹੋਵੇ। ਤੇ ਬ੍ਰਹਮ ਗਿਆਨ ਨਾ ਚੀਨਾ, ਐਸਾ ਨਾ ਹੋਵੇ ਜਿਹਨੇ ਬ੍ਰਹਮ ਗਿਆਨ ਨੂੰ ਪ੍ਰਾਪਤੀ ਨਾ ਕੀਤਾ ਹੋਵੇ, ਰੱਬ ਦੇ ਬਾਰੇ ਜਾਣਦਾ ਹੀ ਨਾ ਹੋਵੇ। ਬਹੁਤ ਭਾਨ ਗ੍ਰਹਿਣੀ ਨੈ ਹੋਏ। ਹਾਂ, ਤੇ ਕਹਿੰਦੇ ਉਹਦੀਆਂ ਬਹੁਤੀਆਂ ਘਰ ਵਾਲੀਆਂ ਨਾ ਹੋਣ, ਬਹੁਤੀਆਂ ਬ੍ਰਾਹਮਣੀਆਂ ਦਾ ਉਹ ਪਤੀ ਨਾ ਹੋਵੇ। ਲਾਗ ਵਿਆਹ ਕੋਲੇ ਨਾ ਜੋਏ। ਤੇ ਇਸੇ ਪ੍ਰਕਾਰ ਵਿਆਹ ਦੇ ਵਿੱਚ ਜੋ ਲਾਗ ਆਦਿਕ ਦਿੱਤਾ ਜਾਂਦਾ ਹੈ, ਸੋ ਉਹ ਲਾਗ ਦਾ ਦਾਨ ਵਗੈਰਾ ਨਾ ਲੈਣ ਵਾਲਾ ਹੋਵੇ। ਕਰਕੇ ਜਾਪ ਮੂਲ ਤੇ ਦੇ ਨਾ। ਤੇ ਜਾਪ ਕਰਕੇ ਤੇ ਉਹਦਾ ਮੁੱਲ ਵਟਣ ਵਾਲਾ ਨਾ ਹੋਵੇ। ਹੁਣ ਬਹੁਤ ਤਕੜੀਆਂ ਸ਼ਰਤਾਂ ਰੱਖੀਆਂ, ਆਮ ਲੋਕ ਸ਼ਰਾਧ ਕਰਦੇ ਆ, ਪਰ ਇਹੋ ਜਿਹੀਆਂ ਸ਼ਰਤਾਂ ਵਾਲਾ ਬ੍ਰਾਹਮਣ ਕਿੱਥੇ ਮਿਲਦਾ ਹੈ?
ਜਿਹੜੇ ਕਰਦੇ ਹੈਗੇ, ਜਿਹੜੇ ਮੰਨਦੇ ਆ ਸ਼ਰਾਧ ਇਤਿਆਦਿਕ ਨੂੰ, ਗੁਰਸਿੱਖ ਤਾਂ ਨਹੀਂ ਮੰਨਦੇ, ਨਾ ਹੀ ਗੁਰਸਿੱਖਾਂ ਨੇ ਮੰਨਣਾ ਹੈ। ਪਰ ਜਿਹੜੇ ਕਰਦੇ ਆ ਉਹਨਾਂ ਵਾਸਤੇ ਦੇਖੋ ਕਹਿੰਦੇ ਸ਼ਾਸਤਰਾਂ ਦੇ ਵਿੱਚ ਇਹ ਸ਼ਰਤਾਂ ਲਿਖੀਆਂ ਹੋਈਆਂ ਵੀ ਇਸ ਪ੍ਰਕਾਰ ਦਾ ਬ੍ਰਾਹਮਣ ਹੋਵੇ। ਬਹੁਤ ਪਾਨ ਗ੍ਰਹਿਣੀ ਨ ਹੋਏ, ਲਾਗ ਵਿਆਹ ਕੋ ਲੈ ਨਾ ਜੋਏ, ਕਰਕੇ ਜਾਪ ਮੋਲ ਤੋਂ ਦੇਣ। ਜਿਵੇਂ ਕਹਿੰਦੇ 40 ਦਿਨਾਂ ਦੀ ਬਰਨੀ ਆਦਿਕ ਰੱਖ ਲੈਂਦੇ ਆ ਜਾਪ, ਕਿਸੇ ਦੁੱਖ ਕਸ਼ਟ ਨੂੰ ਟਾਲਣ ਦੇ ਵਾਸਤੇ। ਕਹਿੰਦੇ ਇਸ ਪ੍ਰਕਾਰ ਦੇ ਜਾਪ ਕਰਕੇ ਪੈਸੇ ਲੈਣ ਵਾਲਾ ਵੀ ਨਾ ਹੋਵੇ। ਰੰਡਾ ਮੁੰਡਾ ਮੁੰਡਤ ਜੇ ਨਾ, ਹਾਂ ਕਹਿੰਦੇ ਉਹ ਬ੍ਰਾਹਮਣ ਰੰਡਾ ਵੀ ਨਾ ਹੋਵੇ, ਉਹਦੀ ਘਰ ਵਾਲੀ ਨਾਲ ਚੜ੍ਹਾਈ ਕੀਤੀ ਹੋਵੇ, ਛੜਾ ਨਾ ਹੋਵੇ। ਤੇ ਇਸੇ ਪ੍ਰਕਾਰ ਮੁੰਡਾ ਘੋਣ ਮੋਨ ਨਾ ਹੋਵੇ, ਕੇਸਾ ਧਾਰੀ ਹੋਵੇ। ਜੰਗਲ ਸਰਾਧ ਕੋ ਹੋਏ ਨਾ ਤਿਆਗੀ, ਇਸ ਪ੍ਰਕਾਰ ਜਿਹੜੇ ਜਟਲ ਸ਼ਰਾਧ ਹਨ ਸੋ ਸ਼ਰਾਧਾਂ ਦਾ ਤਿਆਗੀ ਨਾ ਹੋਵੇ, ਕਿਤੇ ਉਹਦਾ ਮਨ ਨਾ ਕਰਦਾ ਹੋਵੇ ਵੀ ਮੈਂ ਸ਼ਰਾਧ ਨਹੀਂ ਖਾਣਾ, ਉਹਨੂੰ ਐਵੇਂ ਧੱਕੇ ਦੇ ਨਾਲ ਹੀ ਮੱਲੋ ਜੋਰੀ ਨਹੀਂ ਲੈ ਕੇ ਆਉਣਾ। ਸੰਨਿਆਸੀ ਅਨਪੜਤ ਬੇਰਾਗੀ, ਫਿਰ ਕਹਿੰਦੇ ਉਹ ਸੰਨਿਆਸੀ ਵੀ ਨਾ ਹੋਵੇ, ਘਰ-ਬਾਰ ਛੱਡ ਕੇ ਸਭ ਕੁਝ ਤੇ ਜੰਗਲਾਂ ਦੇ ਵਿੱਚ ਚਲਿਆ ਗਿਆ ਹੋਵੇ, ਇਸ ਪ੍ਰਕਾਰ ਦਾ ਸੰਨਿਆਸੀ ਵੀ ਨਾ ਹੋਵੇ। ਆਸ ਨਰਾਸੀ ਤੇ ਸੰਨਿਆਸੀ, ਸਤਿਗੁਰਾਂ ਨੇ ਉਹਨੂੰ ਸੰਨਿਆਸੀ ਕਿਹਾ ਜਿਹਦੀਆਂ ਸੰਸਾਰ ਦੇ ਵਿੱਚ ਰਹਿੰਦੇ ਹੀ ਆਸਾ ਤੋਂ ਜਿਹੜਾ ਨਿਰਾਸ਼ਾ ਹੋ ਗਿਆ, ਜਿਹਦੀਆਂ ਬਹੁਤੀਆਂ ਇਛਾਵਾਂ ਨਹੀਂ ਰਹੀਆਂ, ਇਛਾਵਾਂ ਨੂੰ ਜਿਹਨੇ ਕੰਟਰੋਲ ਕਰ ਰਿਹਾ। ਪਰ ਕਹਿੰਦੇ ਉਹ ਜਿਹੜਾ ਬ੍ਰਾਹਮਣ ਹੈ ਉਹ ਸੰਨਿਆਸੀ ਵੀ ਨਾ ਹੋਵੇ ਤੇ ਅਨਪੜ੍ਹ ਵੀ ਨਾ ਹੋਵੇ ਤੇ ਬੈਰਾਗੀ, ਐਵੇਂ ਉਹਨੂੰ ਕੋਈ ਗਧਾ ਬਰਾਗ ਨਾ ਆਇਆ ਹੋਵੇ, 4 ਦਿਨ ਬਰਾਗ ਜਾ ਕਰਕੇ ਤੇ ਘਰ-ਬਾਰ ਛੱਡ ਕੇ ਚਲਿਆ ਗਿਆ ਹੋਵੇ। ਸਤਰੀ ਭੈਸ ਸੂਦਰ ਕੀ ਨਾਰੀ, ਇਸੇ ਪ੍ਰਕਾਰ ਕਹਿੰਦੇ ਖੱਤਰੀ ਵੈਸ਼ ਜਾਂ ਸ਼ੂਦਰ ਦੀ ਇਸਤਰੀ, ਬਕਬਾਦੀ ਹੋਏ ਨਾ ਬਿਵਚਾਰੀ, ਤੇ ਕਹਿੰਦੇ ਬਕਬਾਦੀ ਨਾ ਹੋਵੇ, ਬਹੁਤੀ ਬਕਵਾਸ ਕਰਨ ਵਾਲਾ ਨਾ ਹੋਵੇ, ਤੇ ਬੇਬਚਾਰੀ ਨਾ ਹੋਵੇ, ਮਾੜੇ ਜੀਵਨ ਵਾਲਾ ਨਾ ਹੋਵੇ। ਧਰਮ ਤੁਜੀ ਨਾ ਅਮਲ ਕੋ ਖਾਵੇ, ਧਰਮ ਤੁਜੀ ਭਾਵ ਪਖੰਡੀ ਨਾ ਹੋਵੇ, ਧਰਮ ਦੇ ਨਾਂ ਤੇ ਪਖੰਡ ਨਾ ਕਰਦਾ ਹੋਵੇ, ਨਾ ਅਮਲ ਕੋ ਖਾਵੇ, ਕਿਸੇ ਪ੍ਰਕਾਰ ਦਾ ਵੀ ਨਸ਼ਾ ਨਾ ਕਰਦਾ ਹੋਵੇ ਬ੍ਰਾਹਮਣ। ਨੀਲੋ ਰਕਤ ਨਾ ਬਸਤਰ ਮੁੰਡਾਵੇ, ਨਾ ਹੀ ਨੀਲੇ ਰੰਗ ਦੇ ਤੇ ਨਾ ਹੀ ਰਕਤ ਰੰਗ ਦੇ, ਭਾਵ ਲਾਲ ਰੰਗ ਦੇ ਸੂਹੇ ਵਸਤਰ ਨਾ ਪਹਿਨਦਾ ਹੋਵੇ। ਪੁਰ ਕੋ ਪਾਂਦਾ ਪ੍ਰੋਹਿਤ ਹੋਏ ਨਾ, ਹਾਂ ਕਹਿੰਦੇ ਪੁਰੀ ਦਾ ਸ਼ਹਿਰ ਦਾ ਪਾਂਦਾ ਨਾ ਹੋਵੇ, ਜਿਵੇਂ ਕਈਆਂ ਦੇ ਸਪੈਸ਼ਲੀ ਪਾਂਦੇ ਹੁੰਦੇ ਆ ਤੇ ਉਹ ਕਹਿੰਦੇ ਆ ਵੀ ਮੇਰਾ ਤਾਂ ਫਲਾਣਾ ਜਜਮਾਨ ਹੈ, ਉਹਨਾਂ ਨੇ ਪੱਕੇ ਹੀ ਰੱਖੇ ਹੁੰਦੇ ਆ ਕੁਲ ਪ੍ਰੋਹਿਤ। ਕਹਿੰਦੇ ਇਸ ਪ੍ਰਕਾਰ ਕਰਕੇ ਕਹਿੰਦੇ ਉਹ ਪੁਰੀ ਦਾ ਸ਼ਹਿਰ ਦਾ ਨਗਰ ਦਾ ਜਿਹੜਾ ਪ੍ਰੋਹਿਤ ਨਾ ਹੋਵੇ, ਤੇ ਪੰਨ ਦਾ ਟੀਚਰ ਅਧਿਆਪਕ ਵੀ ਨਾ ਹੋਵੇ ਪੜ੍ਹਾਉਣ ਵਾਲਾ। ਨੀਚ ਮਲੇਸ਼ ਦਾਨ ਲੈ ਜੋਏ ਨਾ, ਤੇ ਉਹ ਕਿਸੇ ਨੀਚ ਦਾ, ਨੀਚ ਕਰਮਾਂ ਵਾਲੇ ਦਾ, ਨੀਚ ਜਾਤੀ ਵਾਲੇ ਦਾ ਤੇ ਮਲੇਸ਼ ਦਾ, ਜਿਹੜਾ ਇਹਨਾਂ ਦੇ ਮਤ ਦੇ ਵਿੱਚ ਨਹੀਂ, ਇਸਲਾਮੀ ਹੈ ਜਾਂ ਹੋਰ ਹੈ ਕੋਈ, ਉਹਨਾਂ ਦਾ ਦਾਨ ਲੈਣ ਵਾਲਾ ਨਾ ਹੋਵੇ। ਖੇਤੀ ਕਰੇ ਨਾ ਗਾਡੀ ਬਾਂਗੇ, ਫਿਰ ਕਹਿੰਦੇ ਉਹ ਬ੍ਰਾਹਮਣ ਜਿਹਨੂੰ ਸ਼ਰਾਧ ਖਵਾਉਣਾ ਉਹ ਖੇਤੀ ਵੀ ਨਾ ਕਰਦਾ ਹੋਵੇ, ਨਾ ਗਾਡੀ ਵਾਹੈ, ਨਾ ਹੀ ਕੋਈ ਉਹਦੇ ਸਾਧਨ ਚੱਲਦੇ ਹੋਣ, ਕੋਈ ਗੱਡੀਆਂ ਇਤਿਆਦਿਕ ਚੱਲਦੀਆਂ ਹੋਣ। ਇਤ ਆਦਿਕ ਦੋਸ ਨਾ ਜਿਸ ਮੰਗੈ, ਕਹਿੰਦੇ ਉੱਪਰ ਦੱਸੀਆਂ ਜਿਹੜੀਆਂ ਗੱਲਾਂ ਨਾ ਇਤਿਆਦਿਕ ਜਿਹੜੇ ਦੋਸ਼ ਹੈ ਜਿਸ ਬ੍ਰਾਹਮਣ ਦੇ ਵਿੱਚ ਨਹੀਂ ਹਨ। ਸਰਾਧ ਕੇ ਦਿਜਬਰ ਸੋਏ, ਹੁਣ ਇਹ ਬ੍ਰਾਹਮਣ ਦੱਸ ਰਹੇ ਆ, ਕਹਿੰਦੇ ਉਹ ਬ੍ਰਾਹਮਣ, ਉਹ ਪੰਡਤ ਜਿਹੜਾ ਉਹ ਦਿਜਬਰ ਸ੍ਰੇਸ਼ਟ ਬ੍ਰਾਹਮਣ ਇਹ ਸ਼ਰਾਧ ਖਵਾਉਣ ਦੇ ਤੇ ਸ਼ਰਾਧ ਦਾ ਦਾਨ ਦੇਣ ਦੇ ਯੋਗ ਹੈ। ਦੋਸਨ ਤੇ ਨਿਉਤੇ ਜੋਏ, ਤੇ ਜਿਹੜਾ ਇਹਨਾਂ ਦੋਸ਼ਾਂ ਤੋਂ ਰਹਿਤ ਹੈ, ਪਿਤਰ ਜਾਤ ਹੈ ਖਾਲੀ, ਤੇ ਕਹਿੰਦੇ ਜਿਹੜਾ ਇਹਨਾਂ ਦੋਸ਼ਾਂ ਦੇ ਸਹਿਤ ਹੋਵੇ ਤੇ ਇਹਨਾਂ ਦੋਸ਼ਾਂ ਵਾਲੇ ਬ੍ਰਾਹਮਣ ਨੂੰ ਜਿਹੜਾ ਨਿਉਂਦਾ ਦੇਵੇ, ਬੁਲਾ ਲਵੇ ਸ਼ਰਾਧ ਛਕਣ ਵਾਸਤੇ। ਕਹਿੰਦੇ ਤਿਨਕੇ ਪਿੱਤਰ ਜਾਤ ਹੈ ਖਾਲੀ, ਫਿਰ ਕਹਿੰਦੇ ਉਹਨਾਂ ਦੇ ਪਿੱਤਰਾਂ ਨੂੰ ਖਵਾਇਆ ਹੋਇਆ ਸ਼ਰਾਧ ਦਾ ਮਹਾਤਮ ਨਹੀਂ ਪਹੁੰਚਦਾ, ਉਹਨਾਂ ਦੇ ਪਿੱਤਰ ਖਾਲੀ ਜਾਂਦੇ ਹਨ। ਹਾਂ ਸਖਣੇ ਰਹਿ ਜਾਂਦੇ ਆ ਅੰਨ ਪਾਣੀ ਛਕਣ ਤੋਂ, ਤੇ ਉਹਨਾਂ ਦਾ ਵਰ ਮਿਲਣ ਦੀ ਜਗ੍ਹਾ ਤੇ ਸ਼ਰਾਪ ਮਿਲ ਜਾਂਦਾ, ਉਹ ਸ਼ਰਾਪ ਦੇ ਦਿੰਦੇ ਆ ਤੇ ਆਪ ਦਾ ਘਾਲੀ, ਆਪ ਦਾ ਵਿਪਤਾ ਆ ਜਾਂਦੀ ਹੈ। ਜਦੋਂ ਸਾਰੀ ਸਭਾ ਨੇ, ਜਿੰਨੇ ਸਭਾ ਦੇ ਵਿੱਚ ਦਰਬਾਰ ਵਿੱਚ ਸੰਗਤ ਸੀ, ਸਾਰਿਆਂ ਨੇ ਇਸ ਪ੍ਰਕਾਰ ਸੁਣ ਲਿਆ। ਮੁਖ ਤੇ
ਕਲਗੀ ਧਰ ਕਹਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਇਹਨਾਂ ਬ੍ਰਾਹਮਣਾਂ ਦੀਆਂ ਗੱਲਾਂ ਸੁਣ ਰਹੇ ਐ। ਸ਼ੁਭਾਏਮਾਨ ਮੁਖਾਰ ਬਿੰਦ ਤੋਂ ਸਤਿਗੁਰੂ ਸਾਹਿਬ ਜੀ ਹਜ਼ੂਰ ਕਹਿਣ ਲੱਗੇ, ਸੁਨੋ ਸਕਲ ਨਾਰ ਸਾਕਰ ਜੋ ਬਿਦ ਹੈ। ਕਹਿਣ ਲੱਗੇ, ਹੇ ਸਾਰੀ ਸੰਗਤੇ, ਹੇ ਸਾਰੇ ਮਨੁੱਖੋ, ਹੇ ਸਾਰੇ ਜੀਵੋ, ਸਾਰੇ ਸਿੱਖੋ, ਕਹਿੰਦੇ ਧਿਆਨ ਦੇ ਨਾਲ ਸੁਣੋ ਕਿ ਜਿਸ ਪ੍ਰਕਾਰ ਸ਼ਾਸਤਰਾਂ ਦੇ ਵਿੱਚ ਇਹ ਵਿਧੀ ਦੱਸੀ ਹੋਈ ਹੈ, ਸੋ ਦੂਰ ਹੋਦ ਨ ਸਿੱਧ ਹੈ। ਕਹਿੰਦੇ ਭਾਈ ਇਸ ਤਰ੍ਹਾਂ ਤਾਂ ਕਰਨਾ ਫਿਰ ਕਹਿੰਦੇ ਬਹੁਤ ਮੁਸ਼ਕਲ ਕੰਮ ਹੈ, ਇਸ ਤਰ੍ਹਾਂ ਦਾ ਬ੍ਰਾਹਮਣ ਕਿੱਥੋਂ ਲੱਭੇਗਾ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੋਤ ਨ ਸਿੱਧ ਹੈ, ਇਸ ਪ੍ਰਕਾਰ ਤਾਂ ਕਹਿੰਦੇ ਸ਼ਰਾਧ ਹੋ ਹੀ ਨਹੀਂ ਸਕਦੇ। ਬਿਰਲਾ ਹੀ ਪ੍ਰਾਤ ਕੋ ਹੈ, ਕਹਿੰਦੇ ਕੋਈ ਬਿਰਲਾ ਹੀ ਇਸ ਪ੍ਰਕਾਰ ਦਾ ਹੋਵੇਗਾ। ਪ੍ਰਾਪਤ ਨਹੀਂ ਕਹਾਂ ਕੋ ਲਹਿ, ਕਹਿੰਦੇ ਪ੍ਰਾਪਤੀ ਨਹੀਂ ਹੋਣਾ, ਮਿਲਣਾ ਹੀ ਨਹੀਂ ਤੇ ਕਹਾਂ ਕੋਲ ਹੈ। ਫਿਰ ਕਹਿੰਦੇ ਕਾਹਦੇ ਵਾਸਤੇ ਇਸ ਪ੍ਰਕਾਰ ਦੇ ਸ਼ਰਾਧ ਕਰਾਉਣੇ ਹਨ। ਤੀਰਥ ਪਰ ਸਰਾਧ ਕਰਵਾਵੇ। ਹੁਣ ਉਹਨਾਂ ਬ੍ਰਾਹਮਣਾਂ ਤੋਂ ਜੋ ਸ਼ਾਸਤਰਾਂ ਵੇਦਾਂ ਵਿੱਚ ਸਿਧਾਂਤ ਲਿਖਿਆ ਸੀ ਸਤਿਗੁਰੂ ਜੀ ਨੇ ਸੁਣ ਲਿਆ, ਤੇ ਉਸ ਤੋਂ ਬਾਅਦ ਆਪ ਸਤਿਗੁਰੂ ਜੀ ਗੁਰਮਤ ਦਾ ਨਿਰਣੈ ਦਿੰਦੇ ਹੈ ਕਿ ਗੁਰਮਤ ਕੀ ਹੈ ਭਾਈ। ਗੁਰੂ ਕੇ ਸਿੱਖ ਨੇ ਕਿਸੇ ਪ੍ਰਕਾਰ ਦੇ ਸ਼ਰਾਧਾਂ ਵਗੈਰਾ ਦੇ ਵਿੱਚ ਨਹੀਂ ਪੈਣਾ, ਕੋਈ ਪਿਤਰਾਂ ਦੀ ਪੂਜਾ ਸ਼ਰਾਧ ਵਗੈਰਾ ਖਵਾਉਣੇ ਬ੍ਰਾਹਮਣਾਂ ਨੂੰ ਸੱਦ ਕੇ, ਸੋ ਇਸ ਪ੍ਰਕਾਰ ਦੇ ਕਰਮ ਕਾਂਡਾਂ ਦੇ ਵਿੱਚ ਨਹੀਂ ਪੈਣਾ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦੇ ਬਚਨ ਹਨ, ਜੀਵਤ ਪਿਤਰ ਨਾ ਮਾਨੈ ਕੋਊ, ਮੂਏ ਸਰਾਧ ਕਰਾਹੀ, ਪਿਤਰ ਵੀ ਬਪੁਰੇ ਕਿਉ ਕਹੋ ਕਿਉ ਪਾਵੈ, ਕਊਆ ਕੁੱਕਰ ਖਾਹੀ। ਕਹਿੰਦੇ ਜਿਉਂਦੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ, ਜਿਉਂਦੇ ਮਾਤਾ ਪਿਤਾ ਨੂੰ ਮਾਣ ਸਨਮਾਨ ਦੇਣਾ ਚਾਹੀਦਾ ਹੈ, ਉਹਨਾਂ ਦਾ ਆਦਰ ਸਤਿਕਾਰ ਭਾਵਨਾ ਦੇ ਨਾਲ ਉਹਨਾਂ ਨੂੰ ਗਰਮ ਪ੍ਰਸ਼ਾਦਾ, ਚੰਗੇ ਵਸਤਰ, ਪਹਿਨਣ ਹੰਡਾਉਣ ਵਾਸਤੇ, ਰਹਿਣ ਵਾਸਤੇ ਵਧੀਆ ਮਾਹੌਲ, ਤੇ ਗੁਰੂ ਕੇ ਸਿੱਖਾ ਤੂੰ ਉਹਨਾਂ ਦੇ ਕੋਲ ਕੁਝ ਸਮਾਂ ਬਹਿ ਕੇ ਗੱਲਬਾਤ ਵੀ ਕਰ, ਕਿਉਂਕਿ ਜਿਨ੍ਹਾਂ ਨੇ ਤੈਨੂੰ ਪਾਲਿਆ ਪੋਸਿਆ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿਨ ਸਿਓ ਝਗਰਤ ਪਾਪ। ਸਤਿਗੁਰੂ ਨੇ ਇੱਥੋਂ ਤੱਕ ਵੀ ਆਖਿਆ, ਜੇ ਤੂੰ ਆਪਣੇ ਮਾਤਾ ਪਿਤਾ ਦੇ ਨਾਲ ਗੁਰੂ ਕੇ ਸਿੱਖਾ ਝਗੜਾ ਕਰਦਾ ਨਾ, ਤੇ ਇਹ ਬਹੁਤ ਵੱਡਾ ਪਾਪ ਹੈ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿਨ ਸਿਓ ਝਗਰਤ ਪਾਪ। ਤੂੰ ਉਹਨਾਂ ਦੇ ਨਾਲ ਝਗੜਾ ਨਾ ਕਰ, ਤੂੰ ਉਹਨਾਂ ਦੀ ਸੇਵਾ ਕਮਾ। ਉਹਨਾਂ ਨੇ ਵੇਖ ਤੈਨੂੰ ਇਹ ਸੰਸਾਰ ਵਿਖਾਇਆ, ਮਾਤਾ ਨੇ 9 ਮਹੀਨੇ ਤੈਨੂੰ ਪੇਟ ਦੇ ਵਿੱਚ ਰੱਖਿਆ, ਜਨਮ ਦਿੱਤਾ, ਤੇਰਾ ਮਲ ਮੂਤਰ ਸਾਫ਼ ਕਰਦੀ ਰਹੀ ਹੈ, ਕਿੰਨੀਆਂ ਔਖਾਂ ਦੇ ਨਾਲ ਤੈਨੂੰ ਪਾਲਿਆ, ਫਿਰ ਤੈਨੂੰ ਵੱਡਾ ਕੀਤਾ, ਪੜ੍ਹਾਇਆ ਲਿਖਾਇਆ, ਚੰਗੇ ਕਾਰੋਬਾਰਾਂ ਵਿੱਚ ਤੈਨੂੰ ਸੈੱਟ ਕੀਤਾ, ਤੇ ਇਸੇ ਪ੍ਰਕਾਰ ਤੇਰਾ ਸੋਹਣਾ ਘਰ ਵਸਾ ਦਿੱਤਾ, ਤੈਨੂੰ ਘਰ ਵਾਲੀ ਲਿਆ ਦਿੱਤੀ, ਤੇਰੇ ਬੱਚੇ ਹੋ ਗਏ, ਉਹਨਾਂ ਨੇ ਪੋਤੇ ਪੋਤੀਆਂ ਨੂੰ ਖਿਡਾਇਆ। ਕਹਿੰਦੇ ਜਿਸ ਮਾਤਾ ਪਿਤਾ ਨੇ ਤੈਨੂੰ ਇੰਨੀਆਂ ਨਿਆਮਤਾਂ ਦਿੱਤੀਆਂ, ਜਿਉਂਦੇ ਜੀ ਉਹਨਾਂ ਦੀ ਸੇਵਾ ਕਮਾ। ਇਹ ਨਹੀਂ ਕਿ ਜਿਉਂਦੇ ਜੀ ਉਹ ਰੁਲਦੇ ਫਿਰਨ, ਉਹਨਾਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਧੱਕੇ ਖਾਣ ਵਾਸਤੇ ਛੱਡਿਆ ਹੋਵੇ, ਜਾਂ ਘਰ ਤੋਂ ਧੱਕੇ ਦੇ ਕੇ ਕੱਢ ਦਿੱਤਾ ਹੋਵੇ, ਜਾਂ ਘਰ ਦੇ ਵਿੱਚ ਰਹਿੰਦੇ ਹੀ ਉਹਨਾਂ ਦਾ ਜਿਉਣਾ ਹਰਾਮ ਕੀਤਾ ਹੋਵੇ। ਕਹਿੰਦੇ ਨਹੀਂ, ਫਿਰ ਤੇਰੇ ਉਹਨਾਂ ਦੇ ਮਰਿਆਂ ਤੋਂ ਬਾਅਦ ਸਰਾਧ ਕੀਤੇ ਹੋਏ ਕਿਸੇ ਕੰਮ ਨਹੀਂ। ਜੀਵਤ ਪਿਤਰ ਨਾ ਮਾਨੈ ਕੋਊ, ਮੂਏ ਸਰਾਧ ਕਰਾਹੀ, ਪਿਤਰ ਭੀ ਬਪੁਰੇ ਕਹੋ ਕਿਉ ਪਾਵਹਿ, ਕਊਆ ਕੁੱਕਰ ਖਾਹੀ। ਕਹਿੰਦੇ ਫਿਰ ਜਿਹੜੇ ਤੂੰ ਸਰਾਧ ਜਾਂ ਉਹਨਾਂ ਦਾ ਹਿੱਸਾ ਕੱਢ ਕੇ ਤੂੰ ਛੱਤ ਉੱਤੇ ਰੱਖ ਆਉਣਾ ਹੈ, ਜਾਂ ਕਿਤੇ ਉਹਨਾਂ ਦੀ ਮੜੀ ਬਣਾ ਕੇ ਤੇ ਉੱਥੇ ਧਰ ਆਉਣਾ, ਕਹਿੰਦੇ ਉਹ ਕਾਂ ਕੁੱਤੇ ਹੀ ਖਾ ਪੀ ਜਾਂਦੇ ਆ, ਉਹਨਾਂ ਤੱਕ ਨਹੀਂ ਪਹੁੰਚਦਾ। ਸੋ ਸਤਿਗੁਰੂ ਕਹਿੰਦੇ ਇਹ ਗੁਰਮਤ ਦਾ ਸਿਧਾਂਤ ਨਹੀਂ। ਗੁਰਮਤਿ ਇਹ ਸਿੱਖਾਂ ਨੇ ਕੀ ਕਰਨਾ ਹੈ, ਕਹਿੰਦੇ ਤੀਰਥ ਪਰ ਸ਼ਰਾਧ ਕਰਵਾਵੈ। ਗੁਰੂ ਕੇ ਸਿੱਖਾਂ ਨੇ ਸ਼ਰਾਧ ਕੀ ਕਰਨਾ, ਧਰਮ ਅਸਥਾਨਾਂ ਦੇ ਉੱਤੇ ਜਾਣਾ ਹੈ, ਗੁਰ ਅਸਥਾਨਾਂ ਦੇ ਉੱਤੇ, ਇਤਿਹਾਸਕ ਅਸਥਾਨਾਂ ਦੇ ਉੱਤੇ ਜਾਣਾ ਹੈ, ਤੇ ਉੱਥੇ ਇਸ ਪ੍ਰਕਾਰ ਜਾ ਕੇ ਗੁਰੂ ਕੀਆਂ ਸੰਗਤਾਂ ਵਾਸਤੇ ਲੰਗਰ ਲਾ ਦੇਵੇ, ਲੋੜਵੰਦਾਂ ਦੀ ਸਹਾਇਤਾ ਕਰ ਦੇਵੇ। ਇਸ ਪ੍ਰਕਾਰ ਕਰਕੇ ਗੁਰਮਤਿ ਦਾ ਸ਼ਰਾਧ ਹੈ। ਕੋਈ ਅਤਿਥੀ ਹੈ, ਲੋੜਵੰਦ ਹੈ, ਭੁੱਖਾ ਹੈ, ਉਹਦੇ ਮੁਖ ਦੇ ਵਿੱਚ ਪਾ ਦੇਣਾ, ਉਹਦੀ ਸਹਾਇਤਾ ਕਰ ਦੇਣੀ, ਉਹਦੀ ਮਦਦ ਕਰ ਦੇਣੀ, ਸਮਝ ਲੈ ਇਹ ਤੇਰੇ ਪਿਤਰਾਂ ਨੂੰ ਪਹੁੰਚ ਗਿਆ। ਸਤਿਗੁਰੂ ਜੀ ਕਹਿੰਦੇ ਬ੍ਰਾਹਮਣਾਂ ਨੇ ਜਿੰਨੀਆਂ ਸਾਰੀਆਂ ਗੱਲਾਂ ਆਖੀਆਂ, ਕਹਿੰਦੇ ਮੈਂ ਇਹਨਾਂ ਨਾਲ ਸਹਿਮਤ ਨਹੀਂ, ਪਰ ਹਾਂ ਇਨ ਦੁਐ ਵਿਧ ਹੋਇ ਪਿਤਰ ਉਧਾਰਾ। ਜੇ ਇਹ ਦੋ ਵਿਧੀਆਂ ਤੁਸੀਂ ਅਪਣਾਓਗੇ ਨਾ, ਜਿਹੜੀਆਂ ਗੁਰਮਤਿ ਦੀਆਂ, ਆਪਣੇ ਜਿਉਂਦੇ ਮਾਤਾ ਪਿਤਾ ਦੀ ਸੇਵਾ ਕਰੋਗੇ, ਜਾਂ ਉਹਨਾਂ ਦੇ ਨਿਮਿਤ ਉਹਨਾਂ ਦੇ ਜਾਣ ਤੋਂ ਬਾਅਦ ਕਿਸੇ ਗਰੀਬ ਲੋੜਵੰਦ ਜਿਉਂਦੇ ਇਨਸਾਨ ਦੀ ਸੇਵਾ ਕਰੋਗੇ, ਜਿਹੜਾ ਵਾਕਿਆ ਹੀ ਲੋੜਵੰਦ ਹੈ, ਤਾਂ ਕਹਿੰਦੇ ਫੇਰ ਤੇਰੇ ਪਿਤਰਾਂ ਦਾ ਉਧਾਰ ਹੋਵੇਗਾ।
ਇਸ ਪ੍ਰਕਾਰ ਤੇਰੇ ਮਾਤਾ ਪਿਤਾ ਦੀ ਆਤਮਾ ਨੂੰ ਵੀ ਸ਼ਾਂਤੀ ਮਿਲੇਗੀ, ਤੇਰਾ ਸ਼ਰਾਧ ਕੀਤਾ ਹੋਇਆ ਅੰਗੀਕਾਰ ਪ੍ਰਵਾਨ ਹੋ ਜਾਵੇਗਾ। ਪੰਡਤ ਬ੍ਰਿੰਦ ਗੌਰ ਗੁਰ ਪੂਜੇ। ਫਿਰ ਇਹ ਜਿਹੜੇ ਸਾਰੇ ਪੰਡਤ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਪੁੱਛਣ ਲੱਗੇ, ਸੂਤਕ ਗ੍ਰਹਿਣ ਵਿਧੀ ਗਿਨ ਸੂਝੇ। ਕਹਿੰਦੇ ਭਾਈ ਸੂਤਕ ਦੀ ਗ੍ਰਹਿਣ ਦੀ ਵਿਧੀ ਜਿਹੜੀ ਹੈ ਉਹ ਕਿਵੇਂ ਹੁੰਦੀ ਹੈ ਉਹ ਵੀ ਦੱਸ ਦਿਓ। ਸਾਕਰਨ ਵਿਖੇ ਲਿਖੇ ਕਿਮ ਕਹੋ। ਸਤਿਗੁਰੂ ਜੀ ਕਹਿੰਦੇ ਤੁਹਾਡੇ ਸ਼ਾਸਤਰਾਂ ਵਿੱਚ ਕੀ ਲਿਖਿਆ ਹੈ, ਕਿਉਂਕਿ ਸਾਡੇ ਗੁਰੂ ਸਾਹਿਬ ਦਾ ਤਾਂ ਸਿਧਾਂਤ ਹੈ ਜੋ ਆਪਾਂ ਪਹਿਲਾਂ ਬਾਣੀ ਦੀ ਵਿਚਾਰ ਕੀਤੀ ਹੈ, ਜੇਕਰ ਸੂਤਕ ਮੰਨੀ ਹੈ ਸਭ ਤੈ ਸੂਤਕ ਹੋਏ, ਜੋ ਆਸਾ ਦੀ ਵਾਰ ਵਿੱਚ ਪਹਿਲੇ ਜਾਮੇ ਵਿੱਚ ਸਤਿਗੁਰੂ ਜੀ ਨੇ ਬਿਲਕੁਲ ਖੋਲ ਕੇ ਹੀ ਇਹ ਦੱਸ ਦਿੱਤਾ ਹੈ। ਤੇ ਸਤਿਗੁਰੂ ਜੀ ਕਹਿੰਦੇ ਤੁਹਾਡੇ ਸ਼ਾਸਤਰਾਂ ਵਿੱਚ ਕਿਵੇਂ ਲਿਖਿਆ ਤੁਸੀਂ ਵੀ ਦੱਸ ਦੇਵੋ। ਨਿਰਣੈ ਕਰਿਓ ਮੁਨੀ ਗਨ ਲਹੋ। ਹੇ ਮੁਨੀ ਗਣੋ, ਹੇ ਸਿਆਣੇ ਸਾਧੂਓ, ਨਿਰਣੇ ਕਰਕੇ ਮੁਨੀ ਜਨਾਂ ਨੇ, ਹੇ ਪੰਡਤੋ, ਵੱਡੇ ਵੱਡੇ ਰਿਖੀਆਂ ਮਹਾਤਮਾ ਨੇ ਕਿਵੇਂ ਇਹਦੇ ਬਾਰੇ ਲਿਖਿਆ ਹੈ। ਪੰਡਤ ਹਿਮਾਦਰੀ ਦੇਵਰਾਜ ਕਹੈ। ਤਾਂ ਕਹਿੰਦੇ ਉਸ ਵੇਲੇ ਉਹਨਾਂ ਬ੍ਰਾਹਮਣਾਂ ਦੇ ਵਿੱਚ ਇੱਕ ਹਿਮਾਦਰੀ ਪੰਡਤ ਜਿਹਦਾ ਨਾਮ ਦੇਵਰਾਜ ਕਿਹਾ ਜਾਂਦਾ ਹੈ, ਉਹ ਵੀ ਉਸ ਜਗ੍ਹਾ ਦੇ ਉੱਤੇ ਬਿਰਾਜਮਾਨ ਸੀ। ਸੋ ਹਿਮਾਦਰੀ ਇੱਕ ਕੋਈ ਮਹਾਤਮਾ ਰਿਖੀ ਹੋਇਆ ਹੈ, ਇਹਨੇ ਇੱਕ ਆਪਣਾ ਇੱਕ ਗ੍ਰੰਥ ਲਿਖਿਆ ਹੈ। ਸੋ ਚਤੁਰਵਰਗ ਰਮਣੀਕ ਸ਼ਾਇਦ ਉਹਦਾ ਨਾਮ। ਕਹਿੰਦੇ ਜਿਹੜਾ ਉਸ ਗ੍ਰੰਥ ਦਾ ਗਿਆਤਾ ਹੋਵੇ, ਉਸ ਗ੍ਰੰਥ ਨੂੰ ਜਿਹਨੇ ਪੜ੍ਹਿਆ ਹੋਵੇ, ਸੋ ਕਹਿੰਦੇ ਉਸ ਨੂੰ ਚਤੁਰਵਰਗ ਚਿੰਤਾਮਣੀ ਜਿਹੜਾ ਗ੍ਰੰਥ ਹੈ ਜਿਹਨੇ ਉਹਨੂੰ ਪੜ੍ਹਿਆ ਹੋਵੇ ਉਹਨੂੰ ਵੀ ਹਿਮਾਦਰੀ ਕਿਹਾ ਜਾਂਦਾ ਹੈ। ਸੋ ਉਹ ਹਿਮਾਦਰੀ ਗ੍ਰੰਥ ਦਾ ਜਿਹੜਾ ਪੰਡਤ ਹੋਵੇ, ਵਿਦਵਾਨ ਹੋਵੇ। ਸੋ ਇਸ ਪ੍ਰਕਾਰ ਦਾ ਇੱਕ ਵਿਦਵਾਨ ਦੇਵਰਾਜ ਹਿਮਾਦਰੀ ਉੱਥੇ ਬੈਠਾ ਸੰਗਤ ਵਿੱਚ। ਸਤਿਗੁਰ ਤੇ ਆਸ਼ਾ ਕੋ ਲੰਘੈ। ਸਤਿਗੁਰੂ ਜੀ ਦਾ ਆਸ਼ਾ ਜਾਣ ਕੇ, ਸਤਿਗੁਰੂ ਜੀ ਦੀ ਇੱਛਾ ਜਾਣ ਕੇ ਕਿ ਸਤਿਗੁਰੂ ਜੀ ਸੁਣਨਾ ਚਾਹੁੰਦੇ ਹੈ, ਤਾਂ ਉਸ ਵੇਲੇ ਇਸ ਨੇ ਆਖਿਆ, ਇੱਕ ਮਾਸ ਕੀ ਕਥਾ ਪੁਰਾਣ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ 1 ਮਹੀਨਾ ਪਹਿਲਾਂ ਪੁਰਾਣ ਦੀ ਕਥਾ ਕਰਨੀ ਪਵੇਗੀ, ਤੁਹਾਨੂੰ ਪੁਰਾਣ ਦੀ ਕਥਾ ਸੁਣਨੀ ਪਵੇਗੀ ਤੇ ਫਿਰ ਤੁਹਾਨੂੰ ਇਹਦੇ ਬਾਰੇ ਪਤਾ ਲੱਗ ਸਕਦਾ ਹੈ। ਧਰਮ ਸ਼ਾਸਤਰ ਕੀ ਕਰੀਬ ਖਾਨ। ਹਾਂ, ਇਸ ਪ੍ਰਕਾਰ ਜਿਹੜਾ ਧਰਮ ਸ਼ਾਸਤਰ ਹੈ ਨਾ ਉਹਦੇ ਵਿੱਚ ਜਿਵੇਂ ਲਿਖਿਆ ਹੋਇਆ ਹੈ ਤੇ ਧਰਮ ਸ਼ਾਸਤਰਾਂ ਨੇ ਜਿਵੇਂ ਦੱਸਿਆ ਹੋਇਆ ਹੈ ਸਾਰੀ ਵਿਧੀ, ਸੋ ਆਪ ਜੀ ਨੂੰ ਉਹ ਮੈਂ ਦੱਸ ਦੇਵਾਂਗਾ। ਮੈਂ ਵੀ ਸੁਣੀ ਬਿਸਰ ਅੱਬ ਗਈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਰ ਲਓ, ਕੋਈ ਗੱਲ ਨਹੀਂ, ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਕਰਕੇ ਦੇਖ ਲਓ। ਸੋ ਇਸ ਪ੍ਰਕਾਰ ਕਹਿੰਦੇ ਉਹਨੇ ਬ੍ਰਾਹਮਣ ਨੇ ਫਿਰ 1 ਮਹੀਨਾ ਜਿਹੜੀ ਉਹ ਪੁਰਾਣ ਦੀ ਕਥਾ ਕੀਤੀ, ਜਿਵੇਂ ਧਰਮ ਸ਼ਾਸਤਰਾਂ ਦੇ ਵਿੱਚ ਦੱਸਿਆ ਹੋਇਆ ਸੀ ਉਸ ਪ੍ਰਕਾਰ ਉਹਨੇ ਵਿਖਿਆਨ ਕੀਤਾ, ਦੱਸਿਆ। ਤੇ ਭਾਈ ਰਾਮ ਕੋਇਰ ਜੀ, ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਮੈਂ ਵੀ ਉਹ ਕਥਾ ਸੁਣੀ, ਪਰ ਕਹਿੰਦੇ ਮੈਂ ਸੁਣੀ ਤਾਂ ਹੈ ਪਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂਕਿ ਹੁਣ ਮੈਨੂੰ ਵਿਸਰ ਗਈ ਹੈ, ਭੁੱਲ ਗਿਆ ਹੈ ਚੇਤਾ। ਜਾਤੇ ਨਹੀਂ ਕਹੂੰ ਜਿਮ ਭਈ। ਇਸ ਕਰਕੇ ਮੈਂ ਤੁਹਾਡੇ ਸਾਹਮਣੇ ਉਹ ਕਹਿੰਦਾ ਨਹੀਂ, ਦੱਸਣੀ ਨਹੀਂ ਮੈਂ ਤੁਹਾਨੂੰ ਜਿਵੇਂ ਹੋਈ ਸੀ, ਕਿਉਂਕਿ ਮੈਨੂੰ ਸਾਰੀ ਚੇਤੇ ਨਹੀਂ ਹੈ। ਅਬ ਕਹਤੇ ਕੋ ਅਰਥ ਨਾ ਕੋਈ। ਹਾਂ, ਨਾਲੇ ਕਹਿੰਦੇ ਉਹਦੇ ਕਹਿਣ ਦਾ ਅਰਥ ਵੀ ਕੋਈ ਨਹੀਂ, ਕਿਉਂਕਿ ਗੁਰੂ ਕੇ ਸਿੱਖਾਂ ਦਾ ਕੀ ਮਤਲਬ ਹੈ ਗਰੁੜ ਪੁਰਾਣ ਦੀ ਕਥਾ ਦੇ ਨਾਲ। ਕਹਿੰਦੇ ਐਵੇਂ ਤੁਸੀਂ ਮੈਨੂੰ ਨਾ ਪੁੱਛੋ, ਉਹਦੇ ਕਹਿਣ ਦਾ ਗੁਰੂ ਘਰ ਦੇ ਵਿੱਚ ਅਰਥ ਨਹੀਂ, ਕੋਈ ਮਤਲਬ ਨਹੀਂ ਹੈ। ਸੋ ਗੁਰੂ ਕਥਾ ਸੁਣੀਏ ਜਿਵੇਂ ਹੋਈ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਹਣੀ ਸੁੰਦਰ ਕਥਾ ਹੈ ਉਹ ਆਪਾਂ ਸੁਣੀਏ। ਰੋਤਾ ਸਾਹਿਬ ਸਿੰਘ ਦੇ ਆਦ। ਤੇ ਭਾਈ ਰਾਮ ਕੌਰ ਜੀ ਇਹ ਕਥਾ ਸੁਣਾ ਰਹੇ ਆ, ਭਾਈ ਸਾਹਿਬ ਸਿੰਘ ਜੀ ਲਿਖ ਰਹੇ ਆ, ਤੇ ਭਾਈ ਸਾਹਿਬ ਸਿੰਘ ਜੀ ਤੇ ਹੋਰ ਜਿੰਨੇ ਵੀ ਸਰੋਤੇ ਹਨ ਸੁਣਨ ਵਾਲੇ, ਬੋਲੇ ਕਥਾ ਸੁਣਤ ਅਹਲਾਦ। ਕਹਿੰਦੇ ਭਾਈ ਜਿਹੜੀ ਇਹ ਕਥਾ ਹੈ ਇਹ ਸਾਨੂੰ ਸੁਣਾ ਦੇ, ਸਾਨੂੰ ਦੱਸ ਦੇ। ਅਹਿਲਾਦ ਬੜੀ ਪ੍ਰਸੰਨਤਾ ਖੁਸ਼ੀ ਦੇ ਵਿੱਚ ਇਹਨਾਂ ਨੇ ਆਖਿਆ, ਭਾਈ ਜੀ ਤੁਮਕੋ ਸਭ ਗਿਆਤਾ। ਕਹਿੰਦੇ ਭਾਈ ਰਾਮ ਕੌਰ ਜੀ ਤੁਸੀਂ ਬ੍ਰਹਮ ਗਿਆਨੀ ਸਿੱਖ ਹੋ, ਤੁਹਾਨੂੰ ਸਭ ਗਿਆਤ ਹੈ, ਤੁਹਾਨੂੰ ਸਭ ਕੁਝ ਪਤਾ ਹੈ। ਜੇ ਨਿਰਨਾ ਉਰ ਬਖਿਆਤਾ। ਹਾਂ, ਜਿਹੜਾ ਤੁਸੀਂ ਇਹ ਕਥਾ ਨੂੰ ਸੁਣ ਕੇ ਆਪਣੇ ਹਿਰਦੇ ਦੇ ਵਿੱਚ, ਆਪਣੇ ਉਰ ਦੇ ਵਿੱਚ ਨਿਰਣਾ ਕੀਤਾ ਸੀ, ਭਾਵ ਤੁਸੀਂ ਤੱਤ ਕੱਢਿਆ ਸੀ ਜਿਹੜਾ ਇਹ ਕਥਾ ਸੁਣ ਕੇ। ਗੁਰ ਢਿੱਡ ਕੋ ਨਿਰਣਾ ਜੋ ਵਿਸਾਲ।
ਤੇ ਗੁਰੂ ਸਾਹਿਬ ਦੇ ਨੇੜੇ ਰਹਿੰਦਿਆਂ ਜਿਹੜਾ ਇਹ ਵਿਸ਼ਾਲ ਕੋਈ ਭਾਰੀ ਨਿਰਣਾ ਹੋਇਆ ਸੀ। ਕਹੋ ਅਲਪਈ ਤੁਮ ਇਸ ਕਾਲ। ਕਹਿੰਦੇ ਭਾਵੇਂ ਅਲਪੀ ਭਾਵੇਂ ਥੋੜਾ ਹੀ ਸਮੇਂ ਵਾਸਤੇ ਹੀ ਉਹ ਗੱਲ ਸਾਨੂੰ ਜਿਹੜੀ ਤੱਤ ਦੀ ਗੱਲ ਇਹਦੇ ਵਿੱਚੋਂ ਨਿਕਲੀ ਸੀ ਦੱਸ ਦੇਵੋ। ਨੰਦ ਗੁਰ ਸਿੱਖ ਸੁਣੇਗੇ ਕਹਾਂ। ਕਹਿੰਦੇ ਜੇ ਤੁਹਾਡੇ ਵਰਗਾ ਬ੍ਰਹਮ ਗਿਆਨੀ ਸਿੱਖ ਨਹੀਂ ਦੱਸੇਗਾ ਵੀ ਤੱਤ ਵਸਤੂ ਕੀ ਹੈ, ਅਸਲ ਗੱਲ ਕੀ ਸੀ, ਸਿਧਾਂਤ ਕੀ ਸੀ, ਤੇ ਫਿਰ ਗੁਰੂ ਕੇ ਸਿੱਖ ਕਿਹਦੇ ਕੋਲੋਂ ਹੋਰ ਸੁਣਨਗੇ। ਜੇਕਰ ਤੁਮ ਅਬਨਾਹਿਣ ਕਹਾਂ। ਹਾਂ, ਜੇਕਰ ਆਪ ਜੀ ਹੁਣ ਨਹੀਂ ਕਹਿੰਦੇ ਇਸ ਵੇਲੇ। ਸੁਣ ਕੇ ਰਾਮ ਕੌਰ ਤਬ ਕਹਿਓ। ਉਸ ਵੇਲੇ ਭਾਈ ਰਾਮ ਕੌਰ ਜੀ ਸੁਣ ਕੇ ਕਹਿਣ ਲੱਗੇ, ਸ੍ਰੀ ਗੁਰਮੁਖ ਤੇ ਜਿਮ ਸੁਣ ਲਹਿਓ। ਕਹਿੰਦੇ ਇਹ ਕਥਾ ਨੂੰ ਸੁਣਨ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਮੈਂ ਜਿਸ ਪ੍ਰਕਾਰ ਇਹ ਸੁਣਿਆ ਸੀ, ਅਸਲ ਵਿੱਚ ਸੁਣਾ ਤਾਂ ਰਹੇ ਸਨ ਬ੍ਰਾਹਮਣ, ਪਰ ਇੱਥੇ ਇਹਨਾਂ ਨੇ ਲਿਖਿਆ ਕਿ ਜਿਵੇਂ ਮੈਂ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਸੁਣਿਆ। ਫਿਰ ਜਾਂ ਤਾਂ ਇਹਦਾ ਅਰਥ ਕਰ ਲਈਏ ਕਿ ਉਹ ਕਥਾ ਨੂੰ ਸੁਣਨ ਤੋਂ ਬਾਅਦ ਸਤਿਗੁਰੂ ਜੀ ਨੇ ਜੋ ਆਪਣਾ ਮਤ ਦਿੱਤਾ, ਆਪਣਾ ਸਿਧਾਂਤ ਦਿੱਤਾ, ਉਹ ਸਤਿਗੁਰੂ ਜੀ ਨੇ ਜਿਵੇਂ ਕਿਹਾ ਸੀ ਉਸ ਪ੍ਰਕਾਰ ਮੈਂ ਤੁਹਾਨੂੰ ਦੱਸ ਦਿੰਦਾ। ਤੇ ਜਾਂ ਫਿਰ ਆਪਾਂ ਨੂੰ ਇਹ ਮੰਨਣਾ ਪਏਗਾ ਕਿ ਜਿਹਨੇ ਇਸ ਸਾਖੀ ਦੇ ਵਿੱਚ, ਜਨਮ ਸਾਖੀ ਦੇ ਵਿੱਚ ਜਿਸ ਵੇਲੇ ਰਲਾਪ ਆਇਆ ਤੇ ਰਲਾਪ ਪਾਉਂਦਿਆਂ ਫਿਰ ਕਈ ਵਾਰੀ ਉਹ ਸਾਰੀ ਚੀਜ਼ ਸਿਧਾਂਤਕ ਤਾਂ ਨਹੀਂ ਕਹਿ ਹੁੰਦੀ ਨਾ, ਕਈ ਚੀਜ਼ਾਂ ਗਲਤੀ ਨਾਲ ਰਹਿ ਜਾਂਦੀਆਂ। ਉਹ ਪਹਿਲਾਂ ਲਿਖ ਗਿਆ ਕਿ ਇਹ ਬ੍ਰਾਹਮਣ ਦੱਸ ਰਹੇ ਆ ਤੇ ਬਾਅਦ ਵਿੱਚ ਇੱਥੇ ਕਹਿ ਰਹੇ ਕਿ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਜਿਵੇਂ ਸੁਣਿਆ। ਪਰ ਆਪਾਂ ਇੱਥੇ ਅਰਥ ਕਰਾਂਗੇ ਕਿ ਸਤਿਗੁਰੂ ਜੀ ਨੇ ਜਿਵੇਂ ਉਹ ਕਥਾ ਸੁਣਨ ਤੋਂ ਬਾਅਦ ਗੁਰਮਤਿ ਦਾ ਸਿਧਾਂਤ ਬਖਸ਼ਿਆ ਹੈ। ਕਿ 10 ਦਿਨ ਸੂਤਕ ਹੋਏ। ਸਤਿਗੁਰੂ ਜੀ ਕਹਿੰਦੇ ਇਹ ਬ੍ਰਾਹਮਣ ਕਹਿੰਦੇ ਆ ਕਿ ਦਿਜ ਕੇ 10 ਦਿਨ ਸੂਤਕ ਹੋਏ। ਜਦੋਂ ਕਹਿੰਦੇ ਬ੍ਰਾਹਮਣ ਦੇ ਘਰ ਵਿੱਚ ਕੋਈ ਬੱਚਾ ਜਨਮ ਲੈਂਦਾ ਹੈ ਤੇ ਉਹਦੇ ਘਰ ਦੇ ਵਿੱਚ ਭਿੱਟ ਜਿਹੜੀ 10 ਦਿਨਾਂ ਤੱਕ ਰਹਿੰਦੀ ਹੈ। ਖੱਤਰੀ ਕੇ 12 ਲੱਖ ਜੋ ਸੋਏ। ਕਹਿੰਦੇ ਇਸੇ ਪ੍ਰਕਾਰ ਖੱਤਰੀ ਦੇ ਘਰ ਦੇ ਵਿੱਚ ਸੂਤਕ ਦੀ ਭਿੱਟ ਜਿਹੜੀ 2 ਅਤੇ 10 12 ਦਿਨ ਰਹਿੰਦੀ ਹੈ। ਦਿਵਸ ਪੰਚ 10 ਬੈਸ ਪਛਾਨ। ਇਸ ਪ੍ਰਕਾਰ ਕਹਿੰਦੇ ਵੈਸ਼ ਦੇ ਘਰ ਦੇ ਵਿੱਚ, ਕਿਉਂਕਿ ਖੱਤਰੀ ਬ੍ਰਾਹਮਣ ਸੂਦਰ ਵੈਸ਼ ਇਹ 4 ਪ੍ਰਕਾਰ ਦੀਆਂ ਸ਼੍ਰੇਣੀਆਂ ਵਿੱਚ ਸਮਾਜ ਦੀ ਵੰਡ ਇਹ ਮਨੂ ਸਿਮਰਤੀ ਦੇ ਮੁਤਾਬਕ ਬ੍ਰਾਹਮਣਾਂ ਨੇ ਕੀਤੀ ਹੋਈ ਹੈ। ਤੇ ਕਹਿੰਦੇ ਫਿਰ ਜਿਹੜਾ ਵੈਸ਼ ਹੈ ਨਾ ਉਹਦੇ ਘਰ ਦੇ ਵਿੱਚ 5 ਅਤੇ 10 ਭਾਵ 15 ਦਿਨ ਪਛਾਣੋ। 15 ਦਿਨ ਇਹ ਸੂਤਕ ਦਾ ਜਿਹੜਾ ਛੂਆ ਛੂਤ ਰਹਿੰਦੀ ਹੈ। ਸਦਨ ਸੂਤਰ ਕੇ 30 ਬਖਾਨ। ਇਸੇ ਪ੍ਰਕਾਰ ਸਾਧਨ ਘਰ ਦੇ ਵਿੱਚ ਸ਼ੂਦਰ ਦੇ 30 ਦਿਨ ਕਹਿੰਦੇ ਆਖਿਆ ਗਿਆ, 30 ਦਿਨ ਆਖਿਆ ਹੈ ਕਿ ਇਹ ਸੂਤਕ ਰਹਿੰਦਾ ਹੈ। ਦੂਧ ਧੇਨ ਕੋ 10 ਦਿਨ ਜੋਏ। ਹਾਂ, ਕਹਿੰਦੇ ਜਦੋਂ ਗਊ ਦੁੱਧ ਦੇਣ ਵਾਲੀ ਹੁੰਦੀ ਹੈ, ਗਊ ਆਪਣੇ ਵੱਛੀ ਨੂੰ ਜਨਮ ਦਿੰਦੀ ਹੈ, ਤਾਂ ਕਹਿੰਦੇ ਫਿਰ ਘਰ ਦੇ ਵਿੱਚ 10 ਦਿਨ ਸੂਤਕ ਰਹਿੰਦਾ ਹੈ। ਮੈਖੀ ਕੋ 12 ਲੱਖ ਸੋਏ। ਮੈਖੀ ਨਾਮ ਮੱਝ ਦਾ, ਕਹਿੰਦੇ ਜਦੋਂ ਮੱਝ ਸੂੰਦੀ ਆ ਘਰ ਦੇ ਵਿੱਚ ਤੇ ਕਹਿੰਦੇ ਉਦੋਂ 12 ਦਿਨ ਕਹਿੰਦੇ ਇਹ ਸੂਤਕ ਜਾਣੋ ਘਰ ਵਿੱਚ ਰਹਿੰਦਾ ਹੈ। ਸਰਾਧ ਨਾ ਜਗ ਕਰੋ ਤੇ ਸੰਗਾ। ਹਾਂ, ਕਿਉਂਕਿ ਕਹਿੰਦੇ ਇਹਨਾਂ ਦੇ ਦੁੱਧ ਦੇ ਵਿੱਚ 10 ਅਤੇ 12 10 ਦਿਨ ਗਊ ਦੇ ਦੁੱਧ ਵਿੱਚ ਤੇ 12 ਦਿਨ ਮੱਝ ਦੇ ਦੁੱਧ ਦੇ ਵਿੱਚ, ਮਹਿ ਦੇ ਦੁੱਧ ਦੇ ਵਿੱਚ ਕਹਿੰਦੇ ਸੂਤਕ ਹੁੰਦਾ ਹੈ, ਭਿੱਟ ਰਹਿੰਦੀ ਹੈ। ਤੇ ਇਸ ਦੁੱਧ ਦੇ ਨਾਲ ਕਹਿੰਦੇ ਕੋਈ ਸਰਾਧ ਜਗ ਇਤਿਆਦਿਕ ਨਹੀਂ ਕਰਨਾ ਚਾਹੀਏ। ਆਵੇ ਰੋਗੀ ਹੋਏ ਅੰਗਾ। ਹਾਂ, ਕਹਿੰਦੇ ਸੂਤਕ ਵਾਲੇ ਦੁੱਧ ਦੇ ਨਾਲ ਜਿਹੜਾ ਕੋਈ ਸ਼ਰਾਧ ਜਗ ਇਤਿਆਦਿਕ ਤਿਆਰ ਕੀਤਾ, ਜਿਹੜਾ ਵੀ ਇਹਨੂੰ ਖਾਵੇਗਾ ਛਕੇਗਾ, ਕਹਿੰਦੇ ਰੋਗੀ ਹੋਏ ਅੰਗਾ। ਕਹਿੰਦੇ ਫਿਰ ਇਹ ਮੰਨਿਆ ਜਾਂਦਾ ਹੈ ਬ੍ਰਾਹਮਣਾਂ ਦੇ ਵੱਲੋਂ ਕਿ ਉਹ ਬੰਦਾ ਰੋਗੀ ਹੋ ਜਾਂਦਾ, ਉਹਦਾ ਕੋਈ ਨਾ ਕੋਈ ਅੰਗ ਭੰਗ ਹੋ ਜਾਂਦਾ, ਸਰੀਰ ਵਿੱਚ ਨੁਕਸ ਪੈ ਜਾਂਦਾ ਹੈ। ਸੂਤਕ ਤੇ ਪਾਤਕ ਸਭ ਮਿਟੈ। ਹਾਂ, ਕਹਿੰਦੇ ਜੇ ਘਰ ਦੇ ਵਿੱਚ ਸੂਤਕ ਹੋ ਜਾਵੇ ਤੇ ਪਹਿਲਾਂ ਪਾਤਕ ਹੋਇਆ ਹੋਵੇ, ਭਾਵ ਪਹਿਲਾਂ ਮਰਗ ਹੋਈ ਹੋਵੇ, ਕੋਈ ਚੜ੍ਹਾਈ ਕਰ ਗਿਆ ਹੋਵੇ ਤੇ ਬਾਅਦ ਵਿੱਚ ਕੋਈ ਬੱਚਾ ਜਨਮ ਲੈ ਲਵੇ, ਸੂਤਕ ਦੇ ਆਉਣ ਦੇ ਨਾਲ ਕਹਿੰਦੇ ਪਾਤਕ ਦੀ ਭਿੱਟ ਖਤਮ ਹੋ ਜਾਂਦੀ ਹੈ। ਪਾਤਕ ਤੇ ਸੂਤਕ ਨਹੀਂ ਹਟੈ। ਪਰ ਕਹਿੰਦੇ ਪਾਤਕ ਦੇ ਨਾਲ ਸੂਤਕ ਨਹੀਂ ਹਟਦਾ। ਜੇ ਬੱਚੇ ਦਾ ਜਨਮ ਪਹਿਲਾਂ ਹੋਇਆ ਤੇ ਉਹ ਘਰ ਵਿੱਚ ਕੋਈ ਚੜ੍ਹਾਈ ਕਰ ਗਿਆ ਤਾਂ ਕਹਿੰਦੇ ਪਾਤਕ ਹੋਣ ਦੇ ਨਾਲ ਸੂਤਕ ਨਹੀਂ ਹਟਦਾ, ਦੂਰ ਹੁੰਦਾ। ਸੂਤਕ ਪਾਤਕ ਸਦਨ ਰਹੇ। ਹਾਂ, ਕਹਿੰਦੇ ਸੂਤਕ ਤੇ ਪਾਤਕ ਘਰ ਵਿੱਚ ਰਹਿੰਦੇ ਹਨ। ਤਬ ਲਓ ਦਾਨ ਦੇ ਨਾਲੇ। ਕਹਿੰਦੇ ਜਦੋਂ ਸੂਤਕ ਪਾਤਕ ਵਾਲਾ ਇਸ ਪ੍ਰਕਾਰ ਦਾ ਸਮਾਂ ਹੋਵੇ,
ਉਸ ਵੇਲੇ ਕਹਿੰਦੇ ਨਾ ਹੀ ਦਾਨ ਲਵੇ ਤੇ ਨਾ ਹੀ ਦਾਨ ਦੇਵੇ। ਜੋ ਲੇਵੈ ਬੰਦਰ ਤਨ ਪਾਵੈ। ਕਹਿੰਦੇ ਸੂਤਕ ਪਾਤਕ ਦੇ ਦਿਨਾਂ ਦੇ ਵਿੱਚ ਜਿਹੜਾ ਦਾਨ ਲੈਂਦਾ ਨਾ, ਕਹਿੰਦੇ ਇਹ ਸਨਾਤਨ ਮਤ ਕਹਿੰਦਾ ਹੈ ਵੀ ਉਹ ਬਾਂਦਰ ਦੀ ਜੂਨੀ ਪ੍ਰਾਪਤ ਕਰਦਾ ਹੈ। ਦਾਨ ਦੇ ਸੋ ਨਰਕ ਸਦਾਵੈ। ਤੇ ਸੂਤਕ ਪਾਤਕ ਵਿੱਚ ਦਾਨ ਦੇਣ ਵਾਲਾ ਕਹਿੰਦੇ ਨਰਕਾਂ ਨੂੰ ਜਾਂਦਾ ਹੈ। ਦੋਹਰਾ ਗ੍ਰਹਿਣ ਜੋ ਖਿਆਈ ਅੜਕਟਾ ਰੋਗੀ ਦੇਵੈ ਤਿਆਗ। ਹਾਂ ਕਹਿੰਦੇ ਸੂਰਜ ਜਾਂ ਚੰਦਰਮਾ ਗ੍ਰਹਿਣ ਦਾ ਜਿਹੜਾ ਦਾਨ ਹੈ ਤੇ ਖਿਆਹੀ, ਖੈ ਨਾਮ ਹੈ ਮੌਤ ਦਾ ਖਤਮ ਹੋਣ ਦਾ, ਆਹ ਨਾਮ ਹੈ ਦਿਨ ਦਾ ਖਿਆ। ਮੌਤ ਦੇ ਦਿਨ ਦੇ ਉੱਤੇ ਦਾਨ ਕੀਤਾ ਹੋਇਆ ਜਿਹੜਾ ਕਹਿੰਦੇ ਉਹ ਲੈ ਲੈਂਦਾ ਹੈ। ਤੇ ਇਸ ਪ੍ਰਕਾਰ ਅਸ਼ਟ ਸ਼ਲੋਕ ਪੜ੍ਹ ਕੇ ਤੇ ਜਿਹੜਾ ਰੋਗੀ ਆ ਨਾ ਆਪਣੇ ਤਨ ਦੀ ਤੰਦਰੁਸਤੀ ਵਾਸਤੇ ਜਿਹੜਾ ਕਹਿੰਦੇ ਕੋਈ ਦਾਨ ਲੈਂਦਾ ਹੈ, ਸੋ ਇਸ ਪ੍ਰਕਾਰ ਦੇ ਦਾਨ ਦਾ ਤਿਆਗ ਕਰਨਾ ਚਾਹੀਦਾ ਹੈ। ਅੰਤ ਦਾਨ ਕਿਰਿਆ ਨਿਰਤਕ ਕੀ ਕਰੇ ਸੂਤ ਕੀ ਰਾਗ। ਤੇ ਕਹਿੰਦੇ ਅੰਤ ਸਮੇਂ ਕਹਿੰਦੇ ਜੇ ਕਿਸੇ ਨੇ ਦਾਨ ਕੀਤਾ ਹੋਵੇ ਮਿਰਤਕ ਦੀ ਕਿਰਿਆ ਦੇ ਵੇਲੇ ਜਿਹੜਾ ਕੋਈ ਦਾਨ ਦੇ ਦਿੰਦੇ ਐ, ਤੇ ਕਹਿੰਦੇ ਇਹ ਇਸ ਪ੍ਰਕਾਰ ਦਾ ਦਾਨ ਲੈਣ ਵਿੱਚ ਤੇ ਸੂਤਕ ਵਾਲਾ ਦਾਨ ਲੈਣ ਵਿੱਚ ਜਿਹਦਾ ਪ੍ਰੇਮ ਹੈ। ਤੀਰਥ ਜਾਵੇ ਸਾਧ ਵਿਦ ਅਰਜੋ ਕਰੇ ਨਾ ਦਾਨ। ਹਾਂ ਕਹਿੰਦੇ ਜਿਹੜਾ ਤੀਰਥਾਂ ਦੇ ਉੱਤੇ ਜਾਂਦਾ ਹੈ ਵਿਧੀ ਪੂਰਵਕ ਸਰਾਧ ਕਰਦਾ ਹੈ, ਸੋ ਇਸ ਪ੍ਰਕਾਰ ਦਾ ਜਿਹੜਾ ਦਾਨ ਕਰਦਾ ਹੈ ਪੁੰਨ ਕਰਦਾ ਹੈ। ਰਾਖਸ ਹੋਏ ਚੰਡਾਲ ਘਰ ਭੋਗੈ ਦੀਆ ਆਨ। ਹਾਂ ਕਹਿੰਦੇ ਸੂਤਕ ਪਾਤਕ ਦੇ ਦਿਨਾਂ ਦੇ ਵਿੱਚ ਕਹਿੰਦੇ ਜੇ ਉਹ ਸਰਾਧ ਇਤਿਆਦਿਕ ਕਰਦਾ ਹੈ ਤੇ ਦਾਨ ਨਹੀਂ ਕਰਦਾ, ਜਾ ਕੇ ਤੀਰਥਾਂ ਦੇ ਉੱਤੇ ਜਾ ਕੇ ਵਿਧੀ ਪੂਰਵਕ ਸਰਾਧ ਨਹੀਂ ਕਰਦਾ, ਵਿਧੀ ਤੋਂ ਉਲਟ ਕਰਦਾ, ਸੂਤਕ ਪਾਤਕ ਦੇ ਵਿੱਚ ਹੀ ਕਰ ਲੈਂਦਾ ਹੈ, ਤਾਂ ਕਹਿੰਦੇ ਉਹ ਰਾਖਸ਼ ਬਣ ਜਾਂਦਾ ਹੈ, ਰਾਖਸ਼ ਹੋਏ। ਔਰ ਚੰਡਾਲ ਘਰ, ਚੰਡਾਲਾਂ ਦੇ ਘਰ ਉਹਦਾ ਜਨਮ ਹੁੰਦਾ ਹੈ। ਭੋਗੈ ਦੀਆ ਆਨ, ਜਿਹੜਾ ਹੋਰਾਂ ਦਾ ਦਿੱਤਾ ਹੋਇਆ ਭੋਗਦਾ ਛਕਦਾ ਹੈ। ਗ੍ਰਹਿਣ ਆਦ ਗੰਗਾ ਸਲਲ ਪੁੱਤਰ ਜਨਮ ਜਬ ਹੋਏ। ਹਾਂ ਕਹਿੰਦੇ ਚੰਡਾਲ ਦੇ ਘਰ ਦਾ ਜਿਹੜਾ ਦਿੱਤਾ ਹੋਇਆ ਉਹ ਜਿਹੜਾ ਭੋਗਦਾ ਛਕਦਾ ਹੈ, ਸੋ ਕਹਿੰਦੇ ਉਹ ਰਾਖਸ਼ ਹੋ ਕੇ ਜੰਮਦਾ ਹੈ। ਇਸੇ ਪ੍ਰਕਾਰ ਗ੍ਰਹਿਣ ਆਦ ਗੰਗਾ ਸਲਲ, ਕਹਿੰਦੇ ਗ੍ਰਹਿਣ ਅਤੇ ਆਦਿਕ ਜਦੋਂ ਲੱਗਿਆ ਹੋਵੇ ਤੇ ਗੰਗਾ ਦੇ ਵਿੱਚ ਸਲਲ ਇਸ਼ਨਾਨ ਕਰਨਾ ਚਾਹੀਦਾ। ਗੰਗਾ ਦੇ ਜਲ ਵਿੱਚ ਪੁੱਤਰ ਜਨਮ ਜਬ ਹੋਏ, ਜਿਸ ਵੇਲੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੁੰਦਾ ਹੈ। ਵਿਆਹ ਸਮੈ ਨੰਦੀ ਕਰੈ ਦੁਖ ਸੰਤ ਦੇ ਧੋਏ। ਪੁੱਤਰ ਦੇ ਜਨਮ ਸਮੇਂ ਜਾਂ ਵਿਆਹ ਦੇ ਸਮੇਂ ਜਿਹੜਾ ਵਿਰਧੀ ਪੂਰਵਕ ਜਿਹੜਾ ਵਿਰਧੀ ਵਾਲਾ ਦਾਨ ਕੀਤਾ ਜਾਂਦਾ ਨਾ, ਵਿਰਧੀ ਸ਼ਰਾਧ ਇਹਨੂੰ ਆਖਿਆ ਜਾਂਦਾ ਹੈ, ਜਿਹਨੂੰ ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਨੰਦੀ ਮੁਖ ਆਖਿਆ। ਇਹਨੂੰ ਨਾਂਦੀ ਮੁਖ, ਨੰਦੀ ਮੁਖ ਜਾਂ ਵਿਰਧੀ ਸ਼ਰਾਧ ਵੀ ਆਖਿਆ ਜਾਂਦਾ, ਵੀ ਵਾਧਾ ਹੋਵੇ ਪੁੱਤਰ ਦਾ ਜਨਮ ਹੋਣ ਸਮੇਂ ਜਾਂ ਵਿਆਹ ਕਰਨ ਸਮੇਂ। ਇਸ ਪ੍ਰਕਾਰ ਦਾ ਕਹਿੰਦੇ ਜਿਹੜਾ ਦਾਨ ਕੀਤਾ ਜਾਂਦਾ। ਵਿਆਹ ਸਮੇਂ ਨੰਦੀ ਕਰੇ ਦੋਖ ਸ਼ੰਕ ਦੇ ਧੋਏ, ਤੇ ਕਹਿੰਦੇ ਇਸ ਪ੍ਰਕਾਰ ਕਹਿੰਦੇ ਵਿਆਹ ਦੇ ਸਮੇਂ ਇਹ ਨੰਦੀ ਮੁਖ ਦਾਨ ਸ਼ਰਾਧ ਕਰਨਾ ਚਾਹੀਦਾ ਹੈ, ਤੇ ਹਰ ਪ੍ਰਕਾਰ ਦੇ ਸ਼ੰਕਿਆਂ ਨੂੰ ਦੂਰ ਕਰਨਾ ਚਾਹੀਦਾ ਹੈ। ਆਪਦਾ ਵਿਪਤ ਵਿਦੇਸ਼ ਮੈਂ ਅਨਸੁਣ ਦੁਖ ਨਾ ਹੋਏ। ਹਾਂ ਪਰ ਕਹਿੰਦੇ ਜੇ ਕੋਈ ਆਪਦਾ ਦਾ ਸਮਾਂ, ਵਿਪਤਾ ਦਾ ਸਮਾਂ ਜਾਂ ਕੋਈ ਵਿਦੇਸ਼ ਦੇ ਵਿੱਚ ਹੈ ਤੇ ਉਸ ਵੇਲੇ ਜੇ ਅਣਸੁਣਿਆ ਰਹਿ ਜਾਵੇ ਤੇ ਫਿਰ ਕਹਿੰਦੇ ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਹੈ। ਸ਼ੁੱਧ ਕਰਮ ਵਿਪਰ ਨਾ ਕਰੇ ਸਕਲ ਦੋਸ਼ ਲੈ ਸੋਏ। ਜਿਹੜਾ ਵਿਪਰ, ਜਿਹੜਾ ਬ੍ਰਾਹਮਣ ਕਹਿੰਦੇ ਕਰਮ ਧਰਮ ਉਹ ਸ਼ੁੱਧ ਨਹੀਂ ਕਰਦਾ, ਸ਼ੁੱਧ ਕਰਮ ਕਾਂਡ ਨਹੀਂ ਕਰਦਾ, ਕਹਿੰਦੇ ਸਾਰੇ ਪ੍ਰਕਾਰ ਦੇ ਦੋਸ਼ ਉਸ ਨੂੰ ਲੱਗ ਜਾਂਦੇ ਹਨ। ਲੋਭੀ ਵਿਪਰ ਜੋ ਪਾਪ ਕੀ ਲੋਭੀ ਸਾਕਰੋ ਸਿੱਖ। ਹਾਂ ਕਹਿੰਦੇ ਜਿਹੜਾ ਲੋਭੀ ਹੈ ਵਿਪਰ ਬ੍ਰਾਹਮਣ, ਕਹਿੰਦੇ ਉਹ ਤਾਂ ਇੱਕ ਨੰਬਰ ਦਾ ਪਾਪੀ ਹੈ। ਲੋਭੀ ਜਿਹੜਾ ਸਾਕ ਰਿਸ਼ਤੇਦਾਰ ਹੈ, ਔਰ ਚੇਲਾ ਲੋਭੀ ਹੈ, ਸਿੱਖ ਲੋਭੀ ਹੈ। ਭੋਗੇ ਨਰਕ ਪਿਸਾਚ ਹੋਏ ਈ ਵੇਦ ਕਹਿ ਰਿਕ। ਹਾਂ ਕਹਿੰਦੇ ਫਿਰ ਉਹ ਨਰਕਾਂ ਨੂੰ ਭੋਗਦਾ ਤੇ ਪਿਸਾਚ, ਪਿਸ ਨਾਮ ਹੈ ਮਾਸ ਦਾ ਤੇ ਆਚ ਨਾਮ ਹੈ ਖਾਣ ਦਾ। ਜਿਹੜਾ ਮਾਸ ਖਾਣ ਵਾਲਾ ਮਨੁੱਖ ਹੋਵੇ ਪਿਸਾਚ, ਸੋ ਇਹ ਦੇਵਤਿਆਂ ਦੇ ਵਿੱਚ ਯਕਸ਼ ਤੋਂ ਹੇਠਲੀ ਇੱਕ ਜੋਨੀ ਮੰਨੀ ਗਈ ਹੈ। ਕਈ ਕੋਟ ਭੂਤ ਪ੍ਰੇਤ ਸੂਕਰ ਮਰਗਾਚ, ਜੋ ਗੁਰਬਾਣੀ ਵਿੱਚ ਆਉਂਦਾ, ਕਈ ਕੋਟ ਜਖ ਕਿੰਨਰ ਪਿਸਾਚ। ਸੋ ਜੱਖਾਂ ਤੋਂ ਇਹ ਹੇਠਲੀ ਸ਼੍ਰੇਣੀ ਹੁੰਦੀ ਹੈ ਪਿਸਾਚ, ਜਿਹੜੇ ਮਾਸਾਹਾਰੀ ਹੁੰਦੇ ਆ। ਕਹਿੰਦੇ ਇਸ ਪ੍ਰਕਾਰ ਕਰਕੇ
ਉਹ ਨਰਕਾਂ ਵਿੱਚ ਜਾਂਦਾ ਹੈ, ਪਿਸਾਚ ਹੋ ਜਾਂਦਾ ਹੈ, ਪਿਸਾਚ ਯੋਨੀ ਨੂੰ ਪ੍ਰਾਪਤ ਹੁੰਦਾ ਹੈ। ਇਹ ਕਹਿੰਦੇ ਵੇਦ ਤੇ ਰਿਖੀਆਂ ਨੇ ਆਖਿਆ ਹੈ ਵੇਦਾਂ ਦੇ ਵਿੱਚ। ਮੇਰੋ ਸਿੱਖ ਸਭ ਜਾਤ ਕਾ 15 ਦਿਨ ਕੀ ਮਾਨ। ਹਾਂਜੀ, ਇੱਥੇ ਇਹ ਲਿਖਿਆ ਇਹ ਗਿਆ ਕਿ ਸਿੱਖ ਨੂੰ 15 ਦਿਨਾਂ ਵਾਸਤੇ ਸੂਤਕ ਪਾਤਕ ਦਾ ਜਿਹੜਾ ਵਿਚਾਰ ਕਰਨਾ ਚਾਹੀਦਾ, ਪਰ ਇਹ ਗੁਰਮਤਿ ਦਾ ਸਿਧਾਂਤ ਨਹੀਂ ਹੈ। ਦਿਵਸ ਪਛ ਏਕ ਕਾਰ ਸੋ ਮਮ ਨਿਕਟੀ ਜਾਨ। ਹਾਂ, ਕਹਿੰਦੇ ਪਿਤਰਾਂ ਦੇ ਵਾਸਤੇ, ਪਿਤਰਾਂ ਦੇ ਪੱਖ ਦੇ ਵਿੱਚ ਕਹਿੰਦੇ ਇੱਕ ਦਿਨ ਦਾ ਸੋ ਇਹ ਸ਼ਰਾਧ ਕਰਨਾ ਚਾਹੀਦਾ। ਕਹਿੰਦੇ ਇਸ ਪ੍ਰਕਾਰ ਉਹ ਮੇਰਾ ਨਿਕਟ ਵਰਤੀ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਵੀ ਕਿਹਾ ਹੋ ਸਕਦਾ ਕਿ ਬ੍ਰਾਹਮਣਾਂ ਨੇ ਇਹ ਗੱਲ ਕਹੀ ਹੈ ਕਿ ਉਹ ਬ੍ਰਾਹਮਣਾਂ ਦਾ ਜਾਂ ਉਹਨਾਂ ਦੇ ਦੇਵਤਿਆਂ ਦਾ ਨਿਕਟ ਵਰਤੀ ਹੈ ਜਿਹੜਾ ਇਸ ਪ੍ਰਕਾਰ ਦਾ ਕਿਰਿਆ ਕਰਮ ਕਰਦਾ, ਪਰ ਗੁਰਮਤਿ ਨਹੀਂ ਹੈ ਇਹ। ਭਲਾ ਬਹੁਤ ਅਨਪੜ੍ਹ ਜੋ ਨਰਵਾ ਗਿਆਨੀ ਨਿਰਲੋਭ। ਹਾਂ, ਕਹਿੰਦੇ ਬਹੁਤ ਹੀ ਭਲਾ ਹੈ ਉਹ ਮਨੁੱਖ ਜਿਹੜਾ ਕਹਿੰਦੇ ਅਨਪੜ੍ਹ ਹੈ, ਚਾਹੇ ਕਹਿੰਦੇ ਉਹ ਗਿਆਨੀ ਹੈ, ਗਿਆਨਵਾਨ ਹੈ, ਜਿਹੜਾ ਨਿਰਲੋਭ ਹੈ, ਜਿਹੜਾ ਲੋਭ ਲਾਲਚ ਤੋਂ ਰਹਿਤ ਹੈ, ਉਹ ਹਰ ਪ੍ਰਕਾਰ ਕਰਕੇ ਹੀ ਭਲਾ ਹੈ। ਅੜਿਆ ਪਾਪੀ ਨਾਰ ਕੀ ਜੋ ਲੋਭੀ ਬਹੁ ਖੂਬ। ਹਾਂ, ਕਹਿੰਦੇ ਜਿਹੜਾ ਪੜ੍ਹਿਆ ਲਿਖਿਆ ਪਰ ਜਿਹੜਾ ਕਹਿੰਦੇ ਲੋਭ ਦੇ ਸਹਿਤ ਹੈ ਤੇ ਬਹੁ ਖੋਬ ਬਹੁ ਪ੍ਰਕਾਰ ਦਾ ਕਹਿੰਦੇ ਸੋ ਉਹਦੇ ਮਨ ਦੇ ਵਿੱਚ ਇਸ ਪ੍ਰਕਾਰ ਦਾ ਲੋਭ ਰਹਿੰਦਾ ਹੈ, ਗੁੱਸਾ ਰਹਿੰਦਾ ਜਿਹਦੇ ਮਨ ਦੇ ਵਿੱਚ। ਤੇ ਕਹਿੰਦੇ ਉਹ ਭਾਵੇਂ ਪੜ੍ਹਿਆ ਲਿਖਿਆ ਵੀ ਕਿਉਂ ਨਾ ਹੋਵੇ, ਜਿਹੜਾ ਲੋਭੀ ਹੈ ਉਹ ਤਾਂ ਕਹਿੰਦੇ ਨਾਰਕੀ ਜੀਵ ਹੈ, ਨਰਕਾਂ ਦਾ ਕੀੜਾ ਹੈ। ਇੱਕ ਆਦਿਕ ਨਿਰਣੈ ਭਇਓ ਧਰਮ ਸ਼ਾਸਤਰਣ ਮਾਏ। ਕਹਿੰਦੇ ਭਾਈ ਰਾਮ ਕੁਆਰ ਜੀ ਦੱਸਦੇ ਆ, ਕਹਿੰਦੇ ਇਸ ਪ੍ਰਕਾਰ ਦਾ ਜਿਹੜਾ ਨਿਰਣਾ ਨਾ ਇਹ ਧਰਮ ਸ਼ਾਸਤਰਾਂ ਦੇ ਵਿੱਚ ਉਹਨਾਂ ਬ੍ਰਾਹਮਣਾਂ ਨੇ ਆਖਿਆ ਹੈ। ਨਿਜ ਸਿੱਖਨ ਪੈ ਗੁਰ ਕਹੀ ਸਭ ਨੂੰ ਬੈਠੇ ਪਾਏ। ਹਾਂ, ਪਰ ਸਤਿਗੁਰੂ ਜੀ ਨੇ ਆਪਣੇ ਜਿਹੜੇ ਨਿਜ ਸਿੱਖ ਸਨ, ਆਪਣੇ ਸਿੱਖ ਸਨ ਨਾ, ਉਹਨਾਂ ਨੂੰ ਗੁਰ ਕਹੀ, ਉਹਨਾਂ ਨੂੰ ਗੁਰ ਦਿੱਤਾ, ਗੁਰ ਮੰਤਰ ਦਿੱਤਾ, ਸ਼ੁਭ ਸਿੱਖਿਆ ਦਿੱਤੀ ਜੋ ਗੁਰਮਤਿ ਅਨੁਸਾਰ ਹੈ ਕਿ ਐਸੇ ਕਰਮ ਕਾਂਡਾਂ ਦੇ ਵਿੱਚ ਨਹੀਂ ਪੈਣਾ। ਕਹਿ ਕਰ ਮੰਦਰ ਮੁ ਗਏ ਸ੍ਰੀ ਸੇਵ ਪਰ ਜਾਏ। ਇਸ ਪ੍ਰਕਾਰ ਦੇ ਬਚਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਨਿਜ ਸਥਾਨ ਆਪਣੇ ਆਰਾਮਗਾਹ ਦੇ ਵੱਲ ਨੂੰ ਚਲੇ ਗਏ ਤੇ ਜਾ ਕੇ ਸੇਜਾਪੁਰ ਆਪਣੇ ਆਸਣ ਪਰ ਵਿਰਾਜਮਾਨ ਹੋ ਗਏ। ਗੁਰ ਮਹਿਲਾ ਦੀਰਗਾ ਜੀਤੋ ਜਿਸ ਕਾ ਨਾਏ। ਕਹਿੰਦੇ ਉਸ ਵੇਲੇ ਗੁਰੂ ਕੇ ਵੱਡੇ ਮਹਿਲ, ਵੱਡੇ ਧਰਮ ਪਤਨੀ ਜਿਨ੍ਹਾਂ ਦਾ ਨਾਮ ਮਾਤਾ ਜੀਤੋ ਜੀ ਜਾਂ ਮਾਤਾ ਅਜੀਤ ਕੌਰ ਹੈ, ਸੋ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਆਏ ਨੇ। ਸੋ ਇੱਥੋਂ ਅਗਲੀ ਸਾਖੀ, ਅਗਲਾ ਪ੍ਰਸੰਗ ਆਰੰਭ ਹੋ ਜਾਂਦਾ ਹੈ। ਸੋ ਇਸੇ ਪ੍ਰਸੰਗ ਦੇ ਵਿੱਚ ਅਗਲੀ ਸਾਖੀ ਇੱਥੇ ਮਾਤਾ ਜੀਤੋ ਜੀ ਦਾ ਪਰਲੋਕ ਗਮਨ ਦਾ ਪ੍ਰਸੰਗ ਆਵੇਗਾ। ਸੋ ਆਪਾਂ ਨੇ ਬੜੇ ਪਿਆਰ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੁਣਨਾ ਹੈ। ਆਓ ਆਪਾਂ ਹੁਣ ਇੱਥੇ ਹੀ ਸਮਾਪਤੀ ਕਰਾਂਗੇ। ਜੋ ਗੁਰਮਤਿ ਦਾ ਸਿਧਾਂਤ ਹੈ ਉਹਨੂੰ ਆਪਣੇ ਹਿਰਦਿਆਂ ਦੇ ਵਿੱਚ ਵਸਾਈਏ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਖਿਮਾ ਬਖਸ਼ਿਸ਼ ਕਰਨ, ਅੱਗੇ ਵਾਸਤੇ ਸਮੱਤ ਬਖਸ਼ਣ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਅਰਦਾਸ ਵਿੱਚ ਹਾਜ਼ਰ ਹੋਈਏ ਜੀ। ਇਮ ਕਹਿ ਮੰਦਰ ਮੁ ਗਏ ਸ੍ਰੀ ਸੇਜ ਪਰ ਜਾਏ। ਤਬ ਗੁਰ ਮਹਿਲਾ ਦੀਰਗਾ ਜੀਤੋ ਜਿਸ ਕਾ ਨਾਏ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समर्थ आगम पूरन मोहे मया अंधकूप महापयान, नानक पार उतार। आए प्रभ शरणागति कृपा निध, एक अखर हर मन बसत नानक होत निहाल। वाहिगुरु जी का खालसा, वाहिगुरु जी की फतेह। तुम